class as we were doing marine water biomes. So the last and the fourth type of the marine biomes are estuaries. ਸੋ ਐਸਟਰੀਜ਼ ਕਿਹੜੇ ਰੀਜਨ ਹੁੰਦੇ ਆ ਜਿੱਥੇ ਰਿਵਰ ਜਿਹੜੀ ਹੈ ਓਸ਼ਨਸ ਦੇ ਵਿੱਚ ਐਂਟਰ ਕਰ ਜਾਂਦੀ ਹੈ ਨਾ। ਸੋ ਰਿਵਰਸ ਜਿੱਦਾਂ ਕਿ ਤੁਹਾਨੂੰ ਪਤਾ ਕਿ ਇਹ ਫਰੈਸ਼ ਵਾਟਰ ਸੋਰਸ ਹੈ, ਓਸ਼ਨਸ ਜਿਹੜੇ ਹੈਗੇ ਉੱਥੇ ਤੁਹਾਨੂੰ ਮੈਰੀਨ ਵਾਟਰ ਮਿਲਦਾ, ਠੀਕ। ਸੋ ਜਿੱਥੇ ਰਿਵਰ ਜਿਹੜੀ ਹੈਗੀ ਆ ਓਸ਼ਨ ਦੇ ਨਾਲ ਜਾ ਕੇ ਮਿਲਦੀ ਹੈ ਉਸ ਪੁਆਇੰਟ ਨੂੰ ਅਸੀਂ ਐਸਟਰੀਜ਼ ਕਹਿੰਦੇ ਹਾਂ। ਨੈਚੁਰਲੀ ਉੱਥੇ ਦੋ ਤਰ੍ਹਾਂ ਦਾ ਪਾਣੀ ਮਿਲ ਰਿਹਾ, ਫਰੈਸ਼ ਵਾਟਰ ਵੀ ਅਤੇ ਮੈਰੀਨ ਵਾਟਰ ਵੀ। ਸੋ ਐਸਟਰੀ ਵਾਟਰਸ ਜਿਹੜੇ ਹੁੰਦੇ ਆ ਬਹੁਤ ਹੀ ਫਰਟਾਈਲ, ਦੇ ਆਰ ਵੈਰੀ ਫਰਟਾਈਲ। ਮਿਨਰਲ, ਆਕਸੀਜਨ, ਕਾਰਬਨ ਡਾਈਆਕਸਾਈਡ, ਲਾਈਟ ਜਿਹੜੇ ਹੁੰਦੇ ਆ ਪਲੈਂਟੀ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਆ। ਨੈਚੁਰਲੀ ਇੱਥੇ ਫਰੈਸ਼ ਵਾਟਰ ਜਿਹੜਾ ਹੈਗਾ ਮੈਰੀਨ ਵਾਟਰ ਦੇ ਨਾਲ ਮਿਲਿਆ ਹੈਗਾ। ਸੋ ਇਸ ਕਰਕੇ ਸੈਲਾਈਨ ਕੰਸਨਟ੍ਰੇਸ਼ਨ ਜਿਹੜੀ ਹੈਗੀ, ਸਾਲਟ ਦੀ ਕੰਸਨਟ੍ਰੇਸ਼ਨ ਇੱਥੇ ਘੱਟ ਹੋਏਗੀ, ਹੈ ਨਾ। ਨਿਊਟਰੀਐਂਟਸ ਦੀ ਸਰਕੂਲੇਸ਼ਨ ਬਹੁਤ ਜ਼ਿਆਦਾ ਰੈਪਿਡ ਹੋਏਗੀ, ਵੇਸਟ ਵੀ ਆਸਾਨੀ ਦੇ ਨਾਲ ਰਿਮੂਵ ਹੁੰਦੀ ਰਹੇਗੀ। ਸੋ ਬਹੁਤ ਹੀ ਫਰਟਾਈਲ ਪਾਰਟ ਜਿਹੜਾ ਹੈਗਾ ਇਹ ਐਸਟਰੀਜ਼ ਹੁੰਦੇ ਆ, ਠੀਕ ਹੈ। ਸੋ ਐਸਟਰੀਜ਼ ਵਾਟਰ ਜਿਹੜੇ ਹੈਗੇ ਉੱਥੇ ਲਾਈਫ ਤੁਹਾਨੂੰ ਜ਼ਿਆਦਾ ਮਿਲੇਗੀ ਇਕੱਲੇ ਰਿਵਰ ਦੇ ਨਾਲੋਂ ਅਤੇ ਇਕੱਲੇ ਓਸ਼ਨਸ ਦੇ ਨਾਲੋਂ ਐਸਟਰੀਜ਼ 'ਚ ਜ਼ਿਆਦਾ ਮਿਲੇਗੀ ਤੁਹਾਨੂੰ ਲਾਈਫ, ਜਿਵੇਂ ਕਿ ਮਾਈਕਰੋਸਕੋਪਿਕ ਫੋਰਮਸ ਵੀ ਮਿਲਣਗੀਆਂ, ਲਾਰਜ ਫੋਰਮਸ ਮਿਲਣਗੀਆਂ, ਐਲਗੀ, ਪ੍ਰੋਟੋਜੋਨਸ, ਠੀਕ ਹੈ। ਸੋ ਬਹੁਤ ਸਾਰੀਆਂ ਬੋਨੀ ਫਿਸ਼ਿਜ਼ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਦੇਖਣ ਲਈ ਮਿਲਣਗੀਆਂ, ਠੀਕ ਹੈ। ਬੈਂਥੋਨਿਕ ਲਾਈਫ ਤੁਹਾਨੂੰ ਸਾਰਾ ਕੁਛ ਦੱਸਿਆ ਹੋਇਆ, ਬੈਂਥਨ ਕੀ ਹੈ, ਨੈਕਟੋਨਸ ਕੀ ਹੈ, ਠੀਕ। ਜਿਵੇਂ ਐਲਗੀ, ਫਿਕਸਡ ਪਲਾਂਟਸ, ਸਨੇਲਸ, ਪ੍ਰੌਨਸ, ਕਰੈਬਸ ਵਗੈਰਾ ਇੱਦਾਂ ਦੇ ਐਨੀਮਲਸ ਜਿਹੜੇ ਆ ਤੁਹਾਨੂੰ ਐਸਟਰੀਜ਼ ਦੇ ਵਿੱਚ ਮਿਲਣਗੇ। ਅੱਗੇ ਤੁਹਾਡੇ ਕੋਲ ਆ ਜਾਂਦੇ ਫਰੈਸ਼ ਵਾਟਰ ਬਾਇਓਮਸ, ਹੈ ਨਾ। ਫਰੈਸ਼ ਵਾਟਰ ਬਾਇਓਮਸ ਦੇ ਵਿੱਚ ਤੁਹਾਡੇ ਕੋਲ ਆ ਜਾਂਦੇ ਸਟਰੀਮਸ ਐਂਡ ਰਿਵਰਸ। ਨੰਬਰ 2 ਪੌਂਡਸ ਐਂਡ ਲੇਕਸ ਐਂਡ ਮਾਰਸ਼ਿਸ, ਠੀਕ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਏ ਫਰੈਸ਼ ਵਾਟਰ ਦੇ ਵਿੱਚ ਸਟਰੀਮਸ ਐਂਡ ਰਿਵਰਸ, ਹੈ ਨਾ। ਸੋ ਸਟਰੀਮਸ ਅਤੇ ਰਿਵਰਸ ਇੰਨਾ ਕੁ ਹਰ ਬੱਚੇ ਨੂੰ ਪਤਾ ਹੋਏਗਾ ਕਿ ਇਹ ਰਨਿੰਗ ਵਾਟਰ ਹੈ, ਠੀਕ ਹੈ। ਸੋ ਨੈਚੁਰਲੀ ਇਹ ਚੇਂਜ ਹੁੰਦਾ ਰਹੇਗਾ, ਇਹਦੇ 'ਚ ਚੇਂਜਿਸ ਆਉਂਦੀਆਂ ਰਹਿਣਗੀਆਂ, ਹੈ ਨਾ। ਵੋਲੀਅਮ, ਸਪੀਡ ਆਫ ਵਾਟਰ ਜਿਹੜੀ ਹੈਗੀ ਆ ਅਲੱਗ-ਅਲੱਗ ਹੁੰਦੀ ਰਹਿੰਦੀ ਹੈ। ਆਕਸੀਜਨ ਕੰਟੈਂਟ, ਟੈਂਪਰੇਚਰ, ਫਿਜ਼ੀਕਲ ਕੈਮੀਕਲ ਕੰਡੀਸ਼ਨਸ ਜਿਹੜੀਆਂ ਰਨਿੰਗ ਵਾਟਰ ਦੀਆਂ ਚੇਂਜ ਹੁੰਦੀਆਂ ਹੀ ਰਹਿੰਦੀਆਂ ਨੇ, ਹੈ ਨਾ। ਸੋ ਰਿਵਰਸ ਦੇ ਵਿੱਚ ਅਤੇ ਸਟਰੀਮਸ ਦੇ ਵਿੱਚ ਫਿਜ਼ੀਕਲ ਫੈਕਟਰਸ ਜਿਹੜੇ ਆ ਉਹ ਕੀ ਹੈ ਕਿ ਵੈਲ ਆਕਸੀਜਨੇਟਿਡ ਵਾਟਰ ਜਿਹੜਾ ਹੈਗਾ ਤੁਹਾਨੂੰ ਮਿਲੇਗਾ। ਕਿਉਂਕਿ ਏਅਰ ਤੋਂ ਵੀ ਇਹਨਾਂ ਦਾ, ਕਿਉਂਕਿ ਓਪਨ ਹੈ ਸਟਰੀਮਸ ਐਂਡ ਰਿਵਰਸ, ਸਰਫੇਸ ਏਰੀਆ ਬਹੁਤ ਜ਼ਿਆਦਾ ਹੈ, ਇਸ ਕਰਕੇ ਏਅਰ ਤੋਂ ਵੀ ਆਕਸੀਜਨ ਜਿਹੜੀ ਹੈ ਇਹ ਅਬਜ਼ੋਰਬ ਕਰ ਲੈਂਦਾ ਵਾਟਰ, ਹੈ ਨਾ। ਆਕਸੀਜਨ ਕੰਟੈਂਟ ਨੈਚੁਰਲੀ, ਠੀਕ ਹੈ ਨਾ, ਮੇਨਟੇਨ ਕਿਸ ਤਰੀਕੇ ਦੇ ਨਾਲ ਰਹੇਗਾ ਕਿ ਵੀ ਵਾਟਰ ਪੋਲੂਟਡ ਤਾਂ ਨਹੀਂ ਹੈ, ਕਿਉਂਕਿ ਦੇਖੋ ਜੇਕਰ ਵਾਟਰ ਦੇ ਵਿੱਚ ਕੋਈ ਪੋਲੂਟੈਂਟਸ ਆ ਜਾਂਦੇ ਫਿਰ ਤਾਂ ਆਕਸੀਜਨ ਕੰਟੈਂਟ ਤੁਹਾਨੂੰ ਪਤਾ ਹੀ ਹੈ ਘਟਦਾ ਹੀ ਹੈ ਨਾ, ਠੀਕ ਹੈ। ਸੋ ਥੋੜ੍ਹਾ ਇਹ ਕਿ ਰਿਵਰਸ ਦੇ ਵਿੱਚ, ਸਟਰੀਮਸ ਦੇ ਵਿੱਚ ਮਿਨਰਲ ਕੰਟੈਂਟਸ ਜਿਹੜੇ ਆ ਜ਼ਿਆਦਾ ਹੈ, ਲਾਈਟ ਦੀ ਪੈਨੀਟ੍ਰੇਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਏਗੀ, ਮਿਨਰਲ ਕੰਟੈਂਟ ਘੱਟ ਹੋਣਗੇ ਸੀ ਵਾਟਰ ਦੇ ਨਾਲੋਂ, ਬਟ ਮੈਂ ਕੀ ਕਿਹਾ ਲਾਈਟ ਦੀ ਪੈਨੀਟ੍ਰੇਸ਼ਨ ਜ਼ਿਆਦਾ ਹੋਏਗੀ। ਰਿਵਰਸ ਦੇ ਵਿੱਚ, ਸਟਰੀਮਸ ਦੇ ਵਿੱਚ ਤੁਹਾਨੂੰ ਕੋਈ ਵੀ ਇੱਦਾਂ ਦੀ ਸਟ੍ਰੈਟੀਫਿਕੇਸ਼ਨ ਪਤਾ ਹੋਣੀ ਚਾਹੀਦੀ। ਹੁਣ ਤੁਹਾਨੂੰ ਸਟ੍ਰੈਟੀਫਿਕੇਸ਼ਨ ਕੀ ਹੈ ਵੀ ਲਾਈਟ ਕਿੰਨੀ ਪੈ ਰਹੀ ਹੈ, ਘੱਟ, ਜ਼ਿਆਦਾ, ਇੱਦਾਂ ਦੀ ਕੋਈ ਵੀ ਸਟ੍ਰੈਟੀਫਿਕੇਸ਼ਨ ਨਹੀਂ ਦੇਖਣ ਨੂੰ ਮਿਲਣਗੀ। ਜਿਹੜੀਆਂ ਪੁਰਾਣੀਆਂ ਰਿਵਰਸ ਜਿਹੜੀਆਂ ਹੈਗੀਆਂ ਨੇ ਸਪਰਿੰਗਸ ਤੋਂ ਵੀ ਬਣ ਜਾਂਦੀਆਂ, ਗਲੇਸ਼ੀਅਰਸ ਤੋਂ ਵੀ ਰਿਵਰਸ ਬਣ ਜਾਂਦੀਆਂ ਨੇ, ਹੈ ਨਾ, ਠੀਕ ਹੈ। ਸੋ ਫਲੋਇੰਗ ਵਾਟਰ ਹੈਗਾ ਇਹਨਾਂ ਦਾ। ਮਿਡਲ ਦੇ ਵਿੱਚ ਜਾ ਕੇ ਰਿਵਰ ਜਿਹੜੀ ਆ ਥੋੜ੍ਹੀ ਚੌੜੀ ਹੋ ਜਾਂਦੀ, ਵਾਈਡਰ ਹੋ ਜਾਂਦੀ ਹੈ, ਵੋਲੀਅਮ ਵਾਟਰ ਦਾ ਜਿਹੜਾ ਹੈਗਾ ਵੱਧ ਜਾਂਦਾ, ਫਲੋ ਜਿਹੜਾ ਹੈਗਾ ਥੋੜ੍ਹਾ ਜਿਹਾ ਘੱਟ ਜਾਏਗਾ, ਹੈ ਨਾ, ਠੀਕ ਹੈ। ਸੋ ਟੈਂਪਰੇਚਰ ਜਿਹੜਾ ਹੈਗਾ ਵਾਟਰ ਦਾ ਰਾਈਜ਼ ਕਰ ਜਾਂਦਾ, ਕਿਉਂਕਿ ਸਨਲਾਈਟ ਦੀ ਪ੍ਰੋਪਰ ਸਨਲਾਈਟ ਪੈਂਦੀ ਹੈ ਰਿਵਰਸ ਦੇ ਵਿੱਚ, ਠੀਕ ਹੈ। ਸੋ ਔਰਗੈਨਿਜ਼ਮਸ ਕਿਸ ਕਿਸਮ ਦੇ ਪ੍ਰੈਜੈਂਟ ਹੋਣਗੇ, ਠੀਕ। ਸੋ ਸਪੈਸ਼ਲ ਡਿਵਾਈਸਿਸ ਹੈਗੀਆਂ ਨੇ ਉਹਨਾਂ ਦੀ ਪੋਜੀਸ਼ਨਸ ਨੂੰ ਵੀ ਮੇਨਟੇਨ ਕਰਕੇ ਰੱਖਣ ਦੇ ਲਈ, ਹੈ ਨਾ, ਰਿਵਰਸ ਦੇ ਵਿੱਚ, ਜਿਵੇਂ ਕਿ ਉਹ ਐਂਕਰ ਕਰ ਸਕਦੇ ਆ, ਸਵਿਮ ਵੀ ਕਰ ਸਕਦੇ ਆ ਵਾਟਰ ਕਰੰਟ ਦੇ ਵਿੱਚ, ਠੀਕ ਹੈ। ਜੇਕਰ ਵਾਟਰ ਬਹੁਤ ਤੇਜ਼ੀ ਦੇ ਨਾਲ ਫਲੋ ਕਰਦਾ ਪਿਆ ਤਾਂ ਫਿਰ ਪਲੈਂਕਟਨਸ ਤੁਹਾਨੂੰ ਘੱਟ ਦੇਖਣ ਦੇ ਲਈ ਮਿਲਣਗੇ ਨਾ, ਕਿਉਂਕਿ ਫਾਸਟ ਫਲੋਇੰਗ ਵਾਟਰ ਜਿਹੜਾ ਹੈਗਾ ਪਲੈਂਕਟਨਸ ਨੂੰ ਆਪਣੇ ਨਾਲ ਲੈ ਜਾਏਗਾ, ਕਿਉਂਕਿ ਬਹੁਤ ਹੀ ਲਾਈਟ ਵੇਟਡ ਹੁੰਦੇ ਆ ਪਲੈਂਕਟਨਸ, ਹੈ ਨਾ। ਫਿਲਾਮੈਂਟਸ ਐਲਗੀ ਜਿਹੜੀ ਹੈਗੀ ਆ ਰੌਕਸ ਦੇ ਉੱਪਰ ਉੱਗ ਜਾਂਦੀ ਹੈ, ਇਨਸੈਕਟ ਲਾਰਵੇ, ਫਿਸ਼ਿਜ਼, ਠੀਕ, ਇਹ ਵੀ ਕੋਮਨ ਹੁੰਦੇ ਆ ਰਿਵਰਸ ਦੇ ਵਿੱਚ। ਕੰਜ਼ਿਊਮਰਸ ਜਿਵੇਂ ਪਲੈਟਫਾਰਮਸ, ਲੀਚੀਜ਼, ਵਾਟਰ ਇਨਸੈਕਟ, ਮਿਊਜ਼ਲਸ, ਸਨੇਲਸ, ਫਿਸ਼ਿਜ਼, ਕਰੋਕੋਡਾਈਲਸ ਵਗੈਰਾ ਬਹੁਤ ਸਾਰੇ ਬਰਡਸ ਐਂਡ ਮੈਮਲਸ ਜਿਹੜੇ ਹੈਗੇ ਆ ਉਹ ਆਪਣਾ ਫੂਡ ਜਿਹੜਾ ਹੈਗਾ ਪ੍ਰਾਪਤ ਕਰਦੇ ਆ ਰਿਵਰਸ ਤੋਂ। ਦੂਸਰੇ ਤੁਹਾਡੇ ਕੋਲ ਫਰੈਸ਼ ਵਾਟਰ ਬਾਇਓਮਸ ਦੇ ਵਿੱਚ ਆ ਜਾਂਦਾ ਪੌਂਡਸ ਐਂਡ ਲੇਕਸ। ਸੋ ਪੌਂਡਸ ਅਤੇ ਲੇਕਸ ਦਾ ਵਾਟਰ ਜਿਹੜਾ ਹੈਗਾ ਨਾ ਉਹ ਸਟੈਗਨੈਂਟ ਵਾਟਰ ਹੈਗਾ, ਇਹ ਸਟੈਗਨੈਂਟ ਇਨਲੈਂਡ ਵਾਟਰਸ ਹੁੰਦੇ ਆ। ਪੌਂਡ ਜਿਹੜਾ ਬਹੁਤ ਹੀ ਸਮਾਲ, ਠੀਕ ਹੈ, ਪਰ ਕੋਮਨ, ਆਮ ਪਿੰਡਾਂ ਦੇ ਵਿੱਚ ਤੁਹਾਨੂੰ ਜਿਹੜੇ ਛੱਪੜ ਜਿਹੜੇ ਜ਼ਿਆਦਾ ਦੇਖਣ ਦੇ ਲਈ ਮਿਲਣਗੇ। ਪੌਂਡ ਨੈਚੁਰਲ ਵੀ ਹੋ ਸਕਦਾ, ਮੈਨ ਮੇਡ ਵੀ ਹੋ ਸਕਦਾ। ਪੌਂਡ ਦੇ ਵਿੱਚ ਪਾਣੀ ਜ਼ਿਆਦਾ ਕਰਕੇ ਕਿੱਥੋਂ ਆਏਗਾ, ਜਾਂ ਤਾਂ ਬਾਰਿਸ਼ ਜਿਹੜੀ ਪਈ ਹੈ ਉੱਥੋਂ ਦੀ ਪਾਣੀ ਆ ਗਿਆ, ਜਾਂ ਫਿਰ ਸਰਫੇਸ ਰਨ ਆਫ, ਇਹ ਮੈਨੂੰ ਹੁਣ ਦੱਸਣਾ ਨਾ ਪਵੇ ਕਿ ਸਰਫੇਸ ਰਨ ਆਫ ਕੀ ਹੈ, ਹੈ ਨਾ, ਉੱਥੋਂ ਵੀ ਪਾਣੀ ਜਿਹੜਾ ਹੈਗਾ ਬਹਿ ਕੇ ਆ ਜਾਏਗਾ, ਠੀਕ ਹੈ। ਨਦੀਆਂ ਦੇ ਵਿੱਚੋਂ ਦੀ ਬਹਿ ਕੇ ਆ ਗਿਆ ਥੋੜ੍ਹਾ ਪਾਣੀ, ਠੀਕ ਹੈ। ਬਾਰਿਸ਼ ਦਾ ਪਾਣੀ ਜਿਹੜਾ ਹੈਗਾ ਉਹਦੇ ਨਾਲ ਵੀ ਛੱਪੜ ਕ੍ਰੀਏਟ ਹੋ ਜਾਂਦੇ ਆ, ਹਨ। ਸਾਈਜ਼ ਵੇਰੀ ਕਰਦਾ ਹੈ,
ਛੋਟੇ ਪੌਂਡ ਵੀ ਹੋ ਸਕਦੇ ਆ, ਲਾਰਜ ਪੌਂਡ ਵੀ ਹੋ ਸਕਦੇ ਆ, ਸੀਜ਼ਨ ਦੇ ਹਿਸਾਬ ਦੇ ਨਾਲ ਹੈ ਨਾ। ਠੀਕ ਹੈ, ਸੋ ਡੈਪਥ ਜਿਹੜੀ ਹੈ ਕੁਛ ਸੈਂਟੀਮੀਟਰ ਤੋਂ ਬਹੁਤੇ ਡੂੰਘੇ ਨਹੀਂ ਹੁੰਦੇ ਜਿਹੜੇ ਪੌਂਡਸ ਹੁੰਦੇ ਆ, ਕੁਛ ਸੈਂਟੀਮੀਟਰ ਤੋਂ ਲੈ ਕੇ ਫਿਊ ਮੀਟਰਸ ਤੱਕ ਹੋ ਸਕਦੇ ਆ, ਹੈ ਨਾ। ਸੋ ਵਾਟਰ ਜਿਹੜਾ ਹੈਗਾ ਭਾਵੇਂ ਫਲੋ ਨਹੀਂ ਕਰ ਰਿਹਾ, ਫਲੋਇੰਗ ਵਾਟਰ ਨਹੀਂ ਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੌਂਡਸ ਅਤੇ ਲੇਕਸ ਦਾ ਵਾਟਰ ਜਿਹੜਾ ਹੈਗਾ ਉਹ ਮੋਸ਼ਨਲੈਸ ਹੈ ਨਾ, ਥੋੜ੍ਹਾ ਮੂਵ ਤਾਂ ਕਰਦਾ ਹੀ ਰਹਿੰਦਾ ਨਾ ਵਾਟਰ। ਠੀਕ ਹੈ, ਸੋ ਹੌਲੀ ਹੌਲੀ ਵਿੰਡ ਦੇ ਨਾਲ ਹੀ ਇਹਨਾਂ ਦੀ ਸਰਕੂਲੇਸ਼ਨ ਵਾਟਰ ਦੀ ਹੁੰਦੀ ਰਹਿੰਦੀ ਹੈ। ਟੈਂਪਰੇਚਰ ਜਿਹੜਾ ਹੈਗਾ ਤਕਰੀਬਨ ਯੂਨੀਫਾਰਮ ਰਹਿੰਦਾ ਪੌਂਡ ਦਾ, ਹੈ ਨਾ। ਆਕਸੀਜਨ ਕੰਟੈਂਟ ਵੀ, ਕਾਰਬਨ ਡਾਈਆਕਸਾਈਡ, ਮਿਨਰਲਸ ਵਗੈਰਾ ਯੂਨੀਫਾਰਮਲੀ ਡਿਸਟਰੀਬਿਊਟਡ ਹੋ ਜਾਂਦੇ ਆ, ਹੈ ਨਾ। ਲਾਈਟ ਜਿਹੜੀ ਹੈਗੀ ਹੈ ਪੂਰੇ ਬੋਟਮ ਤੱਕ, ਕਿਉਂਕਿ ਮੈਂ ਪਹਿਲਾਂ ਕੀ ਦੱਸਿਆ ਕਿ ਛੱਪੜ ਦੀ ਡੂੰਘਾਈ ਬਹੁਤ ਜ਼ਿਆਦਾ ਨਹੀਂ ਨਾ, ਇਸ ਕਰਕੇ ਲਾਈਟ ਪ੍ਰੋਪਰ ਬੋਟਮ ਤੱਕ ਪਹੁੰਚ ਜਾਂਦੀ ਹੈ। ਆਰਗੈਨਿਜ਼ਮਸ ਕਿੱਦਾਂ ਦੇ ਹੋ ਸਕਦੇ ਆ, ਸਰਫੇਸ ਦੇ ਉੱਤੇ ਫਲੋਟਿੰਗ ਵੀ ਹੋ ਸਕਦੇ ਆ ਪਲਾਂਟਸ ਜਿਹੜੇ ਹੈਗੇ ਆ, ਲੋਅਰ ਪਲਾਂਟਸ। ਠੀਕ ਹੈ, ਸੋ ਰੂਟਡ ਵੀ ਹੋ ਸਕਦੇ ਬੋਟਮ ਦੇ ਉੱਤੇ। ਠੀਕ ਹੈ, ਐਨੀਮਲ ਲਾਈਫ ਵੀ ਛੋਟੇ ਛੋਟੇ ਐਨੀਮਲ ਤੁਹਾਨੂੰ ਕਾਫੀ ਮਿਲ ਜਾਣਗੇ, ਜਿਵੇਂ ਕਿ ਪਲੈਂਕਟਨਸ, ਹੈ ਨਾ। ਠੀਕ ਹੈ, ਸੋ ਫਾਈਟੋ ਪਲੈਂਕਟਨਸ, ਐਲਗੀ ਅਕਸਰ ਨਜ਼ਰ ਆਉਂਦੀ ਹੈ, ਪ੍ਰੋਟੋਜੋਨਸ, ਰੋਟੀਫਰਸ। ਠੀਕ ਹੈ, ਕਰਸਟੇਸ਼ੀਅਨਸ, ਲਾਰਵੇ ਵਗੈਰਾ, ਇਨਸੈਕਟਸ ਦੇ ਲਾਰਵੇ ਤੁਹਾਨੂੰ ਦੇਖਣ ਲਈ ਮਿਲਣਗੇ। ਨੈਕਟੋਨਸ ਦੇ ਵਿੱਚ ਤੁਹਾਡੇ ਕੋਲ ਕੌਣ ਆ ਜਾਂਦਾ, ਲਾਰਜ ਸਰਫੇਸ ਫਲੋਟਿੰਗ ਪਲਾਂਟਸ, ਹੈ ਨਾ। ਤਾਂ ਪ੍ਰੈਕਟੀਕਲ ਦੇ ਵਿੱਚ ਵੀ ਪੜ੍ਹਿਆ ਹੋਇਆ, ਪਿਛਲੇ ਚੈਪਟਰ ਦੇ ਵਿੱਚ ਵੀ ਅਸੀਂ ਪੜ੍ਹਿਆ ਸੀ। ਠੀਕ ਹੈ, ਸੋ ਫਲੋਟਿੰਗ ਪਲਾਂਟਸ ਜਿਹੜੇ ਹੁੰਦੇ ਵੋਲਫੀਆ, ਸਾਲਵੀਨੀਆ, ਪਿਸਟੀਆ, ਹੈ ਨਾ, ਇਹ ਤੁਹਾਨੂੰ ਪ੍ਰੈਕਟੀਕਲ ਦੇ ਵਿੱਚ ਵੀ ਹੈਗਾ। ਠੀਕ ਹੈ, ਸੋ ਉਹ ਵਿੰਡ ਦੇ ਦੁਆਰਾ ਜਿਹੜੇ ਹੌਲੀ ਹੌਲੀ ਮੂਵ ਕਰਦੇ ਰਹਿੰਦੇ ਆ, ਹਿਲਦੇ ਰਹਿੰਦੇ ਆ। ਠੀਕ ਹੈ ਨਾ, ਛੱਪੜ ਦੇ ਵਿੱਚ। ਠੀਕ, ਸੋ ਫਿਸ਼ੀਜ਼, ਫਰੋਗਸ, ਟੋਰਟੋਆਈਜ਼ ਵਗੈਰਾ, ਇਨਸੈਕਟਸ ਜਿਹੜੇ ਹੈਗੇ ਆ ਉਹ ਸਵਿਮ ਕਰਦੇ ਐਕਟਿਵਲੀ। ਬੈਂਥੋਸ ਦੇ ਵਿੱਚ ਕੌਣ ਆ ਜਾਂਦਾ, ਲਾਰਜ ਰੂਟਡ ਪਲਾਂਟਸ। ਇਹ ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ, ਪਲੈਂਕਟਨ ਕੌਣ ਹੈ, ਨੈਕਟਨ ਕੌਣ ਹੈ, ਅਤੇ ਬੈਂਥੋਸ ਕੌਣ ਹੈ। ਬੈਂਥੋਸ ਦੇ ਵਿੱਚ ਕੌਣ ਆ ਜਾਂਦੇ ਆ, ਲਾਰਜ ਰੂਟਡ ਪਲਾਂਟਸ ਆ ਜਾਂਦੇ ਆ। ਨੈਕਟੋਨ ਦੇ ਵਿੱਚ ਕਿਹੜੇ ਆ ਗਏ ਸੀਗੇ, ਸਰਫੇਸ ਫਲੋਟਿੰਗ ਪਲਾਂਟਸ ਆ ਗਏ ਸੀ, ਅਤੇ ਪਲੈਂਕਟਨ ਦੇ ਵਿੱਚ ਫਰੀ ਫਲੋਟਿੰਗ ਪਲਾਂਟਸ ਆ ਜਾਂਦੇ, ਤੁਹਾਡੇ ਕੋਲ ਐਨੀਮਲਸ ਆ ਜਾਂਦੇ ਆ। ਠੀਕ ਹੈ, ਹਾਈਡਿਲਾ, ਵੈਲੀਸਨੇਰੀਆ, ਇਹ ਵੀ ਤੁਸੀਂ ਸਪੈਸੀਮਨ ਦੇਖਿਆ ਹੋਇਆ ਜਿਹਨਾਂ ਬੱਚਿਆਂ ਨੇ ਪ੍ਰੈਕਟੀਕਲ ਅਟੈਂਡ ਕੀਤਾ ਹੋਏਗਾ। ਵਾਟਰ ਲਿਲੀ, ਠੀਕ ਹੈ, ਸੋ ਇਹ ਬੋਟਮ ਤੱਕ, ਕਿਉਂਕਿ ਇਹ ਅਟੈਚਡ ਹੈ, ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਰੂਟਡ ਪਲਾਂਟਸ ਹੈ, ਬੋਟਮ ਦੇ ਨਾਲ ਅਟੈਚਡ ਹੈ ਨਾ। ਠੀਕ ਹੈ, ਸੋ ਨੈਚੁਰਲੀ ਜਿੱਥੇ ਡੀਪ ਪੌਂਡ ਹੈ ਸੈਂਟਰ ਦੇ ਵਿੱਚ, ਖਾਸ ਤੌਰ 'ਤੇ ਛੱਪੜ ਜਿੱਥੋਂ ਦੀ ਡੂੰਘਾ ਹੈਗਾ, ਉੱਥੇ ਜਿਹੜੇ ਹੈਗੇ ਇਹ ਪਲਾਂਟਸ ਤੁਹਾਨੂੰ ਨਜ਼ਰ ਨਹੀਂ ਆਉਣਗੇ। ਠੀਕ ਹੈ, ਸੋ ਕਿਨਾਰਿਆਂ ਦੇ ਉੱਤੇ, ਸ਼ੋਰਸ ਦੇ ਉੱਤੇ ਵੀ ਕਾਫੀ ਸਾਰੇ ਜਿਹੜੇ ਵੀਡਸ ਹੈਗੀਆਂ ਨੇ ਉਹ ਉੱਗ ਜਾਂਦੀਆਂ ਹੈਗੀਆਂ ਨੇ, ਹੈ ਨਾ। ਠੀਕ ਹੈ, ਸੋ ਬੋਟਮ ਡਿਵੈਲਿੰਗ ਐਨੀਮਲਸ, ਠੀਕ, ਜਿਵੇਂ ਕਿ ਹਾਈਡਰਾ, ਵੋਮਸ, ਪ੍ਰੋਨਸ, ਇਹ ਬੈਂਥੋਸ ਦੇ ਵਿੱਚ ਆ ਜਾਣਗੇ। ਕਰੈਬਸ, ਇਹ ਤੁਹਾਨੂੰ ਛੱਪੜ ਦੇ ਵਿੱਚ ਦਿਖਾਈ ਦੇਣਗੇ। ਦੂਸਰੇ ਤੁਹਾਡੇ ਕੋਲ ਕੌਣ ਆ ਗਿਆ, ਫਰੈਸ਼ ਵਾਟਰ ਬਾਇਓਮ, ਲੇਕਸ। ਲੇਕਸ ਜਿਹੜੀਆਂ ਹੁੰਦੀਆਂ ਲਾਰਜ ਹੁੰਦੀਆਂ ਨੇ ਨੈਚੁਰਲੀ, ਹੈ ਨਾ, ਦੇਖੀਆਂ ਹੋਣੀਆਂ ਤੁਸੀਂ ਬੱਚਿਆਂ ਨੇ ਵੀ, ਡੀਪ ਹੁੰਦੀਆਂ, 100 ਮੀਟਰ ਤੱਕ ਹੁੰਦੀਆਂ ਨੇ। ਇਹਨਾਂ 'ਚ ਪਾਣੀ ਜਿਹੜਾ ਹੈਗਾ ਪਰਮਾਨੈਂਟਲੀ ਰਹਿੰਦਾ ਹੀ ਹੈ। ਛੱਪੜ ਦੇ ਵਿੱਚ ਤਾਂ ਅਸੀਂ ਕਿਹਾ ਨਾ ਕਿ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਕਿ ਛੱਪੜ ਸੁੱਕ ਗਿਆ, ਉੱਥੇ ਫਿਰ ਬਾਰਿਸ਼ ਪਏਗੀ ਜਾਂ ਕਿਤੋਂ ਪਾਣੀ ਹੋਰ ਬਹਿ ਕੇ ਆ ਜਾਏਗਾ, ਫਿਰ ਹੀ ਪੌਂਡ ਹੋਏਗਾ ਨਾ। ਲੇਕ ਦੇ ਵਿੱਚ ਪਾਣੀ ਰਹਿੰਦਾ ਹਮੇਸ਼ਾ ਹੀ। 3 ਤਰੀਕਿਆਂ ਦੇ ਨਾਲ ਡਿਵੈਲਪ ਕਰ ਸਕਦੀ ਹੈ। ਠੀਕ ਹੈ, ਨੈਚੁਰਲ ਵੀ ਹੋ ਸਕਦੀ ਹੈ, ਮੈਨ ਮੇਡ ਵੀ ਹੋ ਸਕਦੀ ਹੈ। ਠੀਕ ਹੈ, ਸੋ ਲੇਕ ਜਿਹੜੀ ਹੈਗੀ ਹੈ ਫਿਲਡ ਰਹਿੰਦੀ ਹੈ ਵਾਟਰ ਦੇ ਨਾਲ, ਗਲੇਸ਼ੀਅਰਸ ਦੇ ਕਰਕੇ ਵੀ, ਮੈਲਟਿੰਗ ਆਫ ਆਈਸ ਦੇ ਨਾਲ ਵੀ। ਠੀਕ ਹੈ, ਜੋ ਲੇਕਸ ਹੈਗੀਆਂ ਨੇ ਉਹ ਬਣ ਜਾਂਦੀਆਂ ਨੇ, ਹੈ ਨਾ। ਸੋ ਵਾਈਂਡਿੰਗ ਰਿਵਰ ਜਿਹੜੀ ਹੈਗੀ ਹੈ ਨਾ, ਉਹਦੇ ਕਰਕੇ ਵੀ, ਉਹਦੇ ਬੈਂਡ ਹੋਣ ਦੇ ਕਰਕੇ ਵੀ ਕੱਟ ਆਫ ਹੋ ਜਾਂਦਾ ਕੁਛ ਏਰੀਆ, ਮਤਲਬ ਰਿਵਰ ਪੂਰੀ ਸੀਗੀ, ਉਹਦੇ ਵਿੱਚੋਂ ਦੀ ਵੀ ਕਈ ਵਾਰੀ ਸਾਈਡ ਤੋਂ ਇੱਕ ਲੇਕ ਨਿਕਲ ਆਉਂਦੀ ਹੈ, ਹੈ ਨਾ। ਠੀਕ ਹੈ, ਸੋ ਇੱਦਾਂ ਇਹਨਾਂ ਨੂੰ ਅਸੀਂ ਨਾ ਐਕਸਬੋ ਟਾਈਪ ਦੀ ਜਾਂ ਫਿਰ ਕੱਟ ਆਫ ਲੇਕ ਵੀ ਕਹਿੰਦੇ ਆ, ਇੱਦਾਂ ਦੀ ਤੁਹਾਨੂੰ ਇਹ ਲੇਕ ਨਜ਼ਰ ਆਏਗੀ। ਆਹ ਦੇਖੋ, ਇਸ ਤਰੀਕੇ ਦੇ ਨਾਲ ਆ ਰਹੀ ਹੈ, ਮਾਊਲਡ ਹੋ ਰਹੀ ਹੈ, ਰਿਵਰ ਦੀ ਸਾਈਡ ਤੋਂ ਵੀ ਇੱਕ ਲੇਕ ਨਿਕਲ ਸਕਦੀ ਹੈ। ਸੋ ਇਸ ਕਰਕੇ ਇਹਦੇ ਦੇਖੋ, ਇਹਦੀ ਸ਼ੇਪ ਇਸ ਤਰੀਕੇ ਦੀ ਹੈ ਨਾ। ਠੀਕ ਹੈ, ਇਸ ਕਰਕੇ ਇਹਨੂੰ ਐਕਸਬੋ ਜਾਂ ਫਿਰ ਕੱਟ ਆਫ ਲੇਕ ਵੀ ਕਹਿੰਦੇ ਆ। ਠੀਕ ਹੈ, ਸੋ ਲੇਕਸ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਬਹੁਤ ਇੰਪੋਰਟੈਂਟ 2 ਟਾਈਪਸ ਹੈਗੀਆਂ। ਇਹ ਤੁਹਾਨੂੰ ਜੋ ਤੁਸੀਂ ਆਰਗੈਨਿਜ਼ਮ ਐਂਡ ਪਾਪੂਲੇਸ਼ਨ ਵਾਲੇ ਕੁਐਸਚਨ ਜੋ ਮੈਂ ਤੁਹਾਨੂੰ ਕੋਲ ਟੈਸਟ ਸੁਣਿਆ ਸੀ, ਉਹਦੇ ਵਿੱਚ ਵੀ ਤੁਸੀਂ ਓਲੀਗੋਟ੍ਰੋਫਿਕ ਸ਼ਬਦ ਦੱਸਿਆ, ਬੱਚਿਆਂ ਨੇ ਡੈਫੀਨੇਸ਼ਨ ਸੁਣਾਈ ਸੀ, ਸ਼ਾਇਦ ਕੁਐਸਚਨ ਸੀਗਾ ਵਾਟ ਡੂ ਯੂ ਮੀਨ ਬਾਏ ਓਲੀਗੋਟ੍ਰੋਫਿਕ ਸੋਇਲ। ਇਸੇ ਤਰੀਕੇ ਦੇ ਨਾਲ ਲੇਕਸ ਦੀਆਂ ਵੀ 2 ਟਾਈਪਸ ਹੈ, ਯੂਟ੍ਰੋਫਿਕ ਲੇਕਸ ਐਂਡ ਓਲੀਗੋਟ੍ਰੋਫਿਕ ਲੇਕਸ। ਠੀਕ, ਯੂਟ੍ਰੋਫਿਕ ਲੇਕਸ, ਹੈ ਨਾ, ਇਹ ਸ਼ੈਲੋ ਲੇਕਸ ਹੁੰਦੀਆਂ ਨੇ, ਹੈ ਨਾ, ਇੰਨੀਆਂ ਜ਼ਿਆਦਾ ਡੀਪ ਨਹੀਂ ਹੁੰਦੀਆਂ। ਨਿਊਟਰੀਐਂਟ ਰਿਚ ਲੇਕਸ ਹੁੰਦੀਆਂ, ਇਹਦੇ 'ਚ ਨਿਊਟਰੀਐਂਟਸ ਬਹੁਤ ਜ਼ਿਆਦਾ ਹੁੰਦੇ ਆ, ਹੈ ਨਾ। ਆਕਸੀਜਨ ਭਾਵੇਂ ਘੱਟ ਹੁੰਦੀ ਹੈ, ਠੀਕ ਹੈ, ਕਿਉਂਕਿ ਇਹਨਾਂ ਲੇਕਸ ਦੇ ਵਿੱਚ ਡੀਕੰਪੋਜ਼ਰਸ ਪ੍ਰੈਜ਼ੈਂਟ ਹੁੰਦੇ, ਆਕਸੀਜਨ ਨੂੰ ਯੂਜ਼ ਕਰ ਲੈਂਦੇ ਆਰਗੈਨਿਕ ਮੈਟਰ ਨੂੰ ਤੋੜਨ ਦੇ ਲਈ। ਡਲ ਲੇਕ ਜਿਹੜੀ ਹੈਗੀ ਹੈ ਕਸ਼ਮੀਰ ਦੀ, ਯੂਟ੍ਰੋਫਿਕ ਲੇਕ ਹੈਗੀ ਹੈ। ਠੀਕ ਹੈ, ਫਿਲਡ ਵਿਦ ਮਿਨਰਲਸ, ਆਰਗੈਨਿਕ ਮੈਟਰ। ਠੀਕ ਹੈ, ਸੋ ਹੋਰ ਵੀ ਜ਼ਿਆਦਾ ਹੁੰਦੀਆਂ ਜਾਂਦੀਆਂ ਨੇ ਯੂਟ੍ਰੋਫਿਕ, ਜਿੱਦਾਂ ਜਿੱਦਾਂ ਇਹਨਾਂ ਦੀ ਏਜ ਵੱਧਦੀ ਜਾਂਦੀ ਹੈ ਨਾ, ਨਿਊਟਰੀਐਂਟ ਰਿਚ ਹੀ ਰਹਿੰਦੀਆਂ ਨੇ, ਹੈ ਨਾ। ਠੀਕ ਹੈ, ਸੋ ਹਜ਼ਾਰਾਂ ਸਾਲਾਂ ਤੋਂ, ਠੀਕ ਹੈ, ਜਿਹੜੀਆਂ ਨੈਚੁਰਲ ਯੂਟ੍ਰੋਫਿਕ ਜਿਹੜੀਆਂ ਹੈਗੀਆਂ, ਹਜ਼ਾਰਾਂ ਸਾਲ ਲੱਗ ਜਾਂਦੇ ਇਹਨਾਂ ਨੂੰ ਬਣਨ ਦੇ ਵਿੱਚ। ਠੀਕ ਹੈ, ਸੋ ਹੌਲੀ ਹੌਲੀ ਹਰ ਸਾਲ ਪਰ ਸਪੀਡ ਜਿਹੜੀ ਹੈਗੀ ਆ ਉਹ ਵੱਧਦੀ ਹੈ ਇਹਨਾਂ ਦੇ ਬਣਨ ਦੇ ਵਿੱਚ। ਠੀਕ ਹੈ, ਸੋ ਨਿਊਟਰੀਐਂਟਸ ਜਿਹੜੇ ਹੈਗੇ ਆ,
ਸੋ ਜਦੋਂ ਕਹਿੰਦਾ ਕਿ ਸੀਵਰੇਜ ਜਾਂ ਮਿਨਰਲਸ ਜਿਹੜੇ ਹੈਗੇ ਆ ਜਾਂ ਫਿਰ ਕੈਮੀਕਲ ਫਰਟੀਲਾਈਜ਼ਰਸ ਜਿਹੜੇ ਹੈਗੇ ਆ ਉਹ ਇਹਨਾਂ ਲੇਕਸ ਦੇ ਵਿੱਚ ਆ ਜਾਂਦੇ ਆ ਅਤੇ ਪਲਾਂਟ ਗਰੋਥ ਹੋਰ ਵੱਧਦੀ ਆ। ਤੁਹਾਨੂੰ ਪਤਾ ਹੀ ਕਿ ਜਦੋਂ ਫੋਸਫੇਟ ਆ ਜਾਣ ਅਸੀਂ ਐਲਗੀ ਦੀ ਗਰੋਥ ਵੱਧ ਜਾਂਦੀ ਤਾਂ ਅਸੀਂ ਇਹਨੂੰ ਕੀ ਕਹਿੰਦੇ ਯੂਟ੍ਰੋਫਿਕੇਸ਼ਨ ਕਹਿੰਦੇ ਆ ਨਾ, ਠੀਕ। ਸੋ ਇਹ ਇਨਵਾਇਰਮੈਂਟਲ ਇਸ਼ੂ ਵਾਲੇ ਚੈਪਟਰ ਦੇ ਵਿੱਚ ਵੀ ਤੁਸੀਂ ਪੜ੍ਹਿਆ ਹੋਇਆ ਕਿ ਜੇਕਰ ਵਾਟਰ ਦੇ ਵਿੱਚ ਫੋਸਫੇਟਸ ਦੀ ਕੰਸਨਟ੍ਰੇਸ਼ਨ ਵੱਧ ਜਾਂਦੀ ਹੈ ਤਾਂ ਐਲਗੀ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਯੂਟ੍ਰੋਫਿਕੇਸ਼ਨ। ਉਹਦੇ ਤੋਂ ਵੀ ਦੇਖੋ ਇਹਦੇ ਨੇਮ ਤੋਂ ਹੀ ਪਤਾ ਲੱਗਦਾ ਪਿਆ ਯੂਟ੍ਰੋਫਿਕ ਲੇਕਸ, ਸਿੱਧੀ ਜਿਹੀ ਗੱਲ ਹੈ ਨਿਊਟਰੀਐਂਟ ਰਿਚ ਲੇਕਸ ਹੁੰਦੀਆਂ ਨੇ, ਜਦ ਕਿ ਓਲੀਗੋਟ੍ਰੋਫਿਕ ਲੇਕਸ ਜਿਹੜੀਆਂ ਕੋਈ ਹੈ ਇਹ ਪਹਿਲੀ ਗੱਲ ਕਿ ਡੀਪ ਲੇਕਸ ਹੈਗੀਆਂ ਨੇ, ਹੈ ਨਾ, ਠੀਕ ਹੈ। ਸੋ ਇਹਨਾਂ ਦੀਆਂ ਰੌਕੀ ਸਾਈਡਸ ਹੁੰਦੀਆਂ ਨੇ, ਠੀਕ। ਸੋ ਇਹਨਾਂ ਦੇ ਨਿਊਟਰੀਐਂਟਸ ਡੈਫੀਸ਼ੈਂਟ ਹੁੰਦੀਆਂ ਨੇ, ਨਿਊਟਰੀਐਂਟਸ ਨਹੀਂ ਬਹੁਤ ਜ਼ਿਆਦਾ ਹੁੰਦੇ, ਫਾਸਫੋਰਸ ਕੈਲਸ਼ੀਅਮ ਨਾਈਟ੍ਰੋਜਨ ਦੀ ਕਮੀ ਹੀ ਹੈ, ਇਸ ਕਰਕੇ ਕੁਛ ਔਰਗੈਨਿਜ਼ਮਸ ਨੂੰ ਹੀ ਸਪੋਰਟ ਕਰਦੀਆਂ ਹੈ, ਠੀਕ ਹੈ। ਸੋ ਇਹਨਾਂ ਦਾ ਵਾਟਰ ਜਿਹੜਾ ਹੈਗਾ ਥੋੜ੍ਹਾ ਡਾਰਕ ਹੋਏਗਾ, ਕਲੀਅਰ ਵਾਟਰ ਨਹੀਂ ਹੋਏਗਾ, ਠੀਕ ਹੈ, ਠੀਕ। ਸੋ ਡੀਪ ਵਾਟਰ ਜਿਹੜੇ ਹੈਗੇ ਉਹਦੇ ਵਿੱਚ ਆਕਸੀਜਨ ਪ੍ਰੈਜ਼ੈਂਟ ਹੈਗੀ ਹੈ, ਠੀਕ ਹੈ ਨਾ, ਕਿਉਂਕਿ ਇਹਨਾਂ ਲੇਕਸ ਦੇ ਵਿੱਚ ਔਰਗੈਨਿਜ਼ਮ ਜ਼ਿਆਦਾ ਨਹੀਂ ਹੁੰਦੇ, ਠੀਕ ਹੈ। ਸੋ ਸਲਾਈਨ ਐਂਡ ਬ੍ਰੈਕਿਸ਼ ਵਾਟਰ ਜਿਹੜਾ ਹੈਗਾ, ਜਿਵੇਂ ਕਿ ਰਾਜਸਥਾਨ ਦੀ ਜਿਹੜੀ ਸਾਂਬਰ ਲੇਕ ਹੈਗੀ ਹੈ ਉਹ ਕਿਹੜੀ ਹੈ ਓਲੀਗੋਟ੍ਰੋਫਿਕ ਲੇਕ ਹੈ। ਅੱਗੇ ਤੁਹਾਡੇ ਕੋਲ ਆ ਜਾਂਦੇ ਫਿਜ਼ੀਕਲ ਫੈਕਟਰਸ ਐਂਡ ਲਾਈਫ। ਫਿਜ਼ੀਕਲ ਫੈਕਟਰਸ ਜਿਹੜੇ ਲੇਕ ਦੇ ਉਹ ਨੈਚੁਰਲੀ ਡਿਪੈਂਡ ਕਰਦੇ ਆ ਸੋਰਸ ਆਫ ਵਾਟਰ ਕਿੱਦਾਂ ਦਾ, ਲੋਕੇਸ਼ਨ, ਆਲਟੀਚਿਊਡ, ਲੈਟੀਚਿਊਡ, ਉਹਦੇ 'ਤੇ ਡਿਪੈਂਡ ਕਰੇਗਾ। ਸਮਾਲ ਲੇਕਸ ਜਾਂ ਫਿਰ ਪੈਰੀਫਿਰਲ ਸ਼ੈਲੋ ਪਾਰਟਸ ਜਿਹੜੇ ਹੁੰਦੇ ਆ ਲਾਰਜ ਲੇਕਸ ਦੇ, ਸੋ ਉੱਥੇ ਕੀ ਹੈ ਕਿੱਦਾਂ ਦੇ ਫੈਕਟਰਸ ਜਿਹੜੇ ਹੋਣੇ ਚਾਹੀਦੇ ਆ ਜਿਹੜੇ ਕਿ ਲਾਈਫ ਨੂੰ ਸਪੋਰਟ ਕਰਨ, ਹੈ ਨਾ, ਤਕਰੀਬਨ ਸਿਮੀਲਰ ਫੈਕਟਰਸ ਹੀ ਹੁੰਦੇ ਆ, ਜਿੱਦਾਂ ਦੇ ਕਿ ਇੱਕ ਪੌਂਡ ਦੇ ਵਿੱਚ ਤੁਹਾਨੂੰ ਫੈਕਟਰਸ ਦੇਖਣ ਦੇ ਨਹੀਂ ਮਿਲੇ ਸੀਗੇ, ਹੈ ਨਾ। ਸੋ ਲੇਕਸ ਦਾ ਓਪਨ ਸਰਫੇਸ ਵਾਟਰ ਹੈਗਾ, ਫਲੋਟਿੰਗ ਪਲਾਂਟਸ ਹੈਗੇ ਆ, ਲਾਈਟ ਦੀ ਜ਼ਰੂਰਤ ਤਾਂ ਪੈਂਦੀ ਹੈ, ਹੈ ਨਾ, ਐਨੀਮਲਸ ਜਿਹੜੇ ਹੈਗੇ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ, ਜਿਵੇਂ ਕਿ ਫਿਸ਼ੀਜ਼, ਥੋੜ੍ਹੇ ਬਹੁਤੇ ਆਰਥਰੋਪੋਡਸ ਵੀ ਹੁੰਦੇ ਆ। ਡੀਪ ਵਾਟਰ ਜਿਹੜਾ ਹੈਗਾ ਲਾਰਜ ਲੇਕ ਦਾ ਉਹ ਸਟਿਲ ਹੈ, ਉੱਥੇ ਆਕਸੀਜਨ ਕੰਟੈਂਟ ਘੱਟ ਹੈ, ਲਾਈਟ ਘੱਟ ਹੈ, ਟੈਂਪਰੇਚਰ ਘੱਟ ਹੈ, ਠੀਕ ਹੈ। ਰੂਟਡ ਵੈਜੀਟੇਸ਼ਨ ਲੇਕਸ ਦੇ ਵਿੱਚ ਤੁਹਾਨੂੰ ਦੇਖਣ ਦੇ, ਜਿਵੇਂ ਅਸੀਂ ਛੱਪੜ ਦੇ ਵਿੱਚ ਤੇ ਕਹਿੰਦੇ ਤੁਹਾਨੂੰ ਰੂਟਡ ਪਲਾਂਟਸ ਮਿਲਣਗੇ, ਲੇਕਸ ਦੇ ਵਿੱਚ ਨਹੀਂ ਤੁਹਾਨੂੰ ਇਸ ਤਰੀਕੇ ਦੇ ਪਲਾਂਟਸ ਮਿਲਣਗੇ, ਠੀਕ ਹੈ। ਸੋ ਲਾਰਵੇ, ਵੋਰਮਸ ਜਿਹੜੇ ਹੈਗੇ ਤੁਹਾਨੂੰ ਮਿਲਣਗੇ। ਤੀਸਰਾ ਤੁਹਾਡੇ ਕੋਲ ਆ ਗਏ ਮਾਰਸ਼ਿਸ। ਇਹ ਤਾਂ ਬੜੀ ਵਾਰੀ ਸੁਣਿਆ ਹੋਣਾ ਛੋਟੀ ਕਲਾਸਿਸ ਦੇ ਵਿੱਚ ਵੀ। ਇਨਲੈਂਡ ਮਾਰਸ਼ਿਸ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਦੇ ਨਾਲ ਬਣ ਜਾਂਦੇ, ਜੇਕਰ ਫਲੱਡ ਦਾ ਪਾਣੀ ਆ ਗਿਆ, ਹੈ ਨਾ, ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋ ਗਿਆ, ਇਹਨਾਂ ਨੂੰ ਅਸੀਂ ਜਿਹੜੇ ਆ ਸੜਕਾਂ ਦੇ ਆਲੇ ਦੁਆਲੇ ਜਾਂ ਤੁਸੀਂ ਰੇਲਵੇ ਟਰੈਕ ਦੇ ਆਲੇ ਦੁਆਲੇ ਜਿਹੜਾ ਪਾਣੀ ਖੜਾ ਹੋ ਜਾਂਦਾ ਨਾ ਉਹ ਵੀ ਬੱਚੇ ਇੱਕ ਤਰ੍ਹਾਂ ਦਾ ਮਾਰਸ਼ਿਸ ਹੀ ਬਣ ਜਾਂਦਾ, ਹੈ ਨਾ, ਠੀਕ ਹੈ। ਸੋ ਜੰਗਲਾਂ ਦੇ ਵਿੱਚ ਤੁਹਾਨੂੰ ਮਾਰਸ਼ਿਸ ਦੇਖਣ ਤੇ ਨਹੀਂ ਮਿਲਣਗੇ। ਲਾਈਟ, ਆਕਸੀਜਨ, ਮਿਨਰਲਸ ਬਹੁਤ ਜ਼ਿਆਦਾ ਹੋਣਗੇ ਮਾਰਸ਼ੀ ਏਰੀਆ ਦੇ ਵਿੱਚ, ਹੈ ਨਾ। ਪਲੈਂਕਟਨ ਘੱਟ ਮਿਲਣਗੇ ਕਿਉਂਕਿ ਵਾਟਰ ਜਿਹੜਾ ਹੈਗਾ ਇੰਨਾ ਜ਼ਿਆਦਾ ਕਲੀਅਰ ਨਹੀਂ ਨਾ, ਗੰਦਲਾ ਪਾਣੀ ਹੈਗਾ, ਮਤਲਬ ਸਾਫ਼ ਨਹੀਂ ਹੋਏਗਾ ਪਾਣੀ, ਠੀਕ ਹੈ। ਸੋ ਉੱਥੇ ਤੁਹਾਨੂੰ ਪਲੈਂਕਟਨਸ ਘੱਟ ਮਿਲਣਗੇ, ਠੀਕ ਹੈ। ਵਾਟਰ ਜਿਹੜਾ ਹੈਗਾ ਵਾਟਰ ਲਵਿੰਗ ਪਲਾਂਟਸ ਜਿਵੇਂ ਰੀਡਸ, ਕੈਟ ਟੇਲਸ, ਵਾਟਰ ਹਾਇਆਸਿੰਥ, ਇਹ ਵਾਲੇ ਪਲਾਂਟਸ ਤੁਹਾਨੂੰ ਮਾਰਸ਼ੀਜ਼ ਦੇ ਵਿੱਚ ਮਿਲ ਜਾਣਗੇ। ਸਮਾਲ ਫਿਸ਼ੀਜ਼, ਫਰੋਗਸ, ਇਹ ਤੁਹਾਨੂੰ ਥੋੜ੍ਹੇ ਬਹੁਤੇ ਵਾਟਰ ਬਰਡਸ ਜਿਹੜੇ ਦੇਖਣ ਦੇ ਲਈ ਮਿਲਣਗੇ ਮਾਰਸ਼ੀਜ਼ ਏਰੀਆ ਦੇ ਵਿੱਚ, ਠੀਕ। ਅੱਗੇ ਤੁਹਾਨੂੰ ਕੋਈ ਇੱਕ ਛੋਟਾ ਜਿਹਾ ਟੋਪਿਕ ਹੈਗਾ ਈਕੋ ਸਿਸਟਮ ਬਾਉਂਡਰੀਜ਼, ਉਹ ਤੁਸੀਂ ਬੜੀ ਵਾਰੀ ਈਕੋਟੋਨ ਦੀ ਡੈਫੀਨੇਸ਼ਨ ਪੜ੍ਹ ਲਈ ਹੈਗੀ ਹੈ, ਠੀਕ ਹੈ। ਸੋ ਕਹਿੰਦਾ ਜਿੱਦਾਂ ਅਸੀਂ ਪਹਿਲਾਂ ਹੀ ਕਿਹਾ ਜਿਹੜੇ ਕੋਈ ਵੀ ਈਕੋਸਿਸਟਮ ਹੁੰਦੇ ਉਹਨਾਂ ਦੀ ਕੋਈ ਕਲੀਅਰ ਡਿਮਾਰਕੇਸ਼ਨ ਨਹੀਂ ਹੁੰਦੀ ਵੀ ਜੇਕਰ ਤੁਸੀਂ ਕਹੋ ਕਿ ਵੀ ਇਹ ਬਿਲਕੁਲ ਅਲੱਗ ਈਕੋਸਿਸਟਮ ਹੈ, ਬਿਲਕੁਲ ਇਹ ਦੂਸਰਾ ਅਲੱਗ ਹੈ, ਹੈ ਨਾ। ਉਹਨਾਂ ਦੇ ਵਿਚਕਾਰ ਟ੍ਰਾਂਜੀਸ਼ਨ ਜ਼ੋਨਸ ਪ੍ਰੈਜ਼ੈਂਟ ਹੁੰਦੇ ਜਿਨ੍ਹਾਂ ਨੂੰ ਕਿ ਈਕੋਟੋਨਸ ਕਿਹਾ ਜਾਂਦਾ, ਹੈ ਨਾ। ਈਕੋਟੋਨਲ ਕਮਿਊਨਿਟੀ ਦੇ ਵਿੱਚ, ਠੀਕ ਹੈ, ਕੁਛ ਔਰਗੈਨਿਜ਼ਮਸ ਆ ਜਾਂਦੇ ਆ, ਨਾਲ ਵਾਲੇ ਈਕੋਸਿਸਟਮ ਤੋਂ ਵੀ ਆ ਜਾਂਦੇ ਆ, ਹੈ ਨਾ। ਐਕਸਚੇਂਜ ਆਫ ਮਟੀਰੀਅਲ ਐਂਡ ਐਨਰਜੀ ਈਕੋਸਿਸਟਮ ਤਾਂ ਆਪਸ ਦੇ ਵਿੱਚ ਹੁੰਦਾ ਹੀ ਰਹਿੰਦਾ। ਕਲੀਅਰ ਡਿਮਾਰਕੇਸ਼ਨ ਈਕੋਸਿਸਟਮ ਜਿਹੜੇ ਆ ਉਹਨਾਂ ਦੀ ਨਹੀਂ ਹੈ, ਇਸ ਕਰਕੇ ਸਾਰੇ ਦੇ ਸਾਰੇ ਪੂਰੇ ਵਰਲਡ ਦੇ ਜਿਹੜੇ ਈਕੋਸਿਸਟਮ ਹੈਗੇ ਨਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇੱਕ ਦੂਸਰੇ ਦੇ ਨਾਲ ਜੁਆਇੰਡ ਹੈਗੇ ਆ, ਉਹਨੂੰ ਅਸੀਂ ਸਿੰਗਲ ਗਲੋਬਲ ਈਕੋਸਿਸਟਮ ਹੈ ਜਿਹਨੂੰ ਕਿ ਅਸੀਂ ਕੀ ਕਹਿ ਦਿੰਦੇ ਹਾਂ ਬਾਇਓਸਫੀਅਰ ਕਹਿ ਦਿੰਦੇ ਹਾਂ, ਹੈ ਨਾ। ਜਿੱਦਾਂ ਦੇਖੋ ਇੱਕ ਬਰਡ ਹੈ ਉਹ ਗ੍ਰਾਸਲੈਂਡ ਤੋਂ ਉੱਡ ਕੇ ਕਿੱਥੇ ਗਿਆ, ਕਿਸੇ ਛੱਪੜ ਦੇ ਵਿੱਚ ਗਿਆ, ਹੈ ਨਾ। ਉੱਥੋਂ ਦੀ ਉਹਨੇ ਕੀ ਚੱਕ ਲਈ ਹੈ, ਫਿਸ਼ ਚੱਕ ਲਈ, ਹੈ ਨਾ। ਅਤੇ ਪੌਂਡ ਦੇ ਵਿੱਚ ਹੋ ਸਕਦਾ ਕਿ ਉਸ ਗ੍ਰਾਸ ਦੇ ਜਿਹੜੇ ਜਿੱਥੋਂ ਆਇਆ ਸੀ ਥੋੜ੍ਹੇ ਬਹੁਤੇ ਉਹਦੇ ਸੀਡ ਉੱਥੇ ਸੜ ਦਿੱਤੇ ਆ, ਤਾਂ ਦੇਖਿਆ ਨਾ ਇੱਕ ਇਕੋਸਿਸਟਮ ਤੋਂ ਦੂਸਰੇ ਇਕੋਸਿਸਟਮ ਦੇ ਵਿੱਚ ਮਟੀਰੀਅਲ ਗਿਆ। ਟੋਪ ਸੋਇਲ ਜਿਹੜੀ ਹੈਗੀ ਹੈ ਜਿੱਦਾਂ ਹਿਮਾਲਿਆਸ ਤੋਂ ਰਿਵਰਸ ਦੇ ਦੁਆਰਾ ਜਿਹੜੀ ਹੈਗੀ ਹੈ ਬਹਿ ਕੇ ਨੀਚੇ ਆ ਜਾਂਦੀ ਹੈ ਪਲੇਨ ਏਰੀਆ ਦੇ ਵਿੱਚ, ਹੈ ਨਾ, ਠੀਕ ਹੈ। ਜਿਵੇਂ ਕਿ ਗੰਗਾ, ਬ੍ਰਹਮਪੁੱਤਰਾ, ਠੀਕ ਹੈ, ਜਮੁਨਾ ਵਗੈਰਾ, ਉਹ ਨਦੀਆਂ ਜਿਹੜੀਆਂ ਹੈਗੀਆਂ ਨੇ ਹਿੱਲੀ ਏਰੀਆ ਤੋਂ ਬਹਿ ਕੇ ਆ ਰਹੀਆਂ ਨੇ ਪਲੇਨ ਏਰੀਆ ਦੇ ਵਿੱਚ, ਹੈ ਨਾ, ਉੱਥੋਂ ਦੀ ਸੋਇਲ ਆ ਜਾਏਗੀ। ਸੋ ਇੱਕ ਦੂਸਰੇ ਦੇ ਨਾਲ ਰਿਲੇਸ਼ਨਸ਼ਿਪ ਹੈਗਾ ਇਕੋਸਿਸਟਮਸ ਦਾ। ਅੱਗੇ ਤੁਹਾਡੇ ਕੋਲ ਆ ਜਾਂਦੇ ਮੈਨ ਮੇਡ ਇਕੋਸਿਸਟਮ ਕਿਹੜੇ ਆ। ਸੋ ਨੈਚੁਰਲੀ ਜਿਨ੍ਹਾਂ ਨੂੰ ਮੈਨ ਕ੍ਰੀਏਟ ਕਰ ਰਹੇ ਆ ਉਹਨਾਂ ਨੂੰ ਅਸੀਂ ਆਰਟੀਫਿਸ਼ੀਅਲ ਇਕੋਸਿਸਟਮ ਜਾਂ ਫਿਰ ਮੈਨ ਮੇਡ ਇਕੋਸਿਸਟਮ ਕਹਿੰਦੇ ਆ, ਕਿਉਂਕਿ ਮੈਨ ਜਿਹੜਾ ਹੈਗਾ ਡੋਮੀਨੇਟਿੰਗ ਸਪੀਸੀਜ਼ ਹੈਗੀ ਆ ਪੂਰੇ ਇਕੋਸਿਸਟਮ ਦੇ ਵਿੱਚ। ਸੋ ਮੋਸਟ ਇੰਪੋਰਟੈਂਟ ਜਿਹੜੇ ਮੈਨ ਮੇਡ ਇਕੋਸਿਸਟਮ ਹੈਗੇ ਆ ਜਿਵੇਂ ਕਿ ਕ੍ਰੋਪਲੈਂਡਸ, ਜਿੱਥੇ ਫਸਲਾਂ ਉਗਾਈਆਂ ਜਾਂਦੀਆਂ, ਠੀਕ ਹੈ। ਸੋ ਕਿਉਂਕਿ ਇਨਸਾਨ ਜਿਹੜਾ ਹੈਗਾ ਜ਼ਿਆਦਾ ਕਰਕੇ ਕ੍ਰੋਪਸ ਉਗਾਉਂਦਾ, ਉਹਨਾਂ ਨੂੰ ਅਸੀਂ ਹੋਰ ਕੀ ਕਹਿੰਦੇ ਹਾਂ ਐਗਰੋ ਇਕੋਸਿਸਟਮ ਵੀ ਕਹਿੰਦੇ ਹਾਂ,
ਠੀਕ ਹੈ। ਸੋ ਬਾਇਓਟਿਕ ਕਮਿਊਨਿਟੀਜ਼ ਦੀ ਜਿੱਦਾਂ ਬਹੁਤ ਸਮੇਂ ਪਹਿਲਾਂ ਹਿਊਮਨ ਸਿਵਲਾਈਜੇਸ਼ਨ ਜਦੋਂ ਆਈ ਅਤੇ ਬਾਇਓਟਿਕ ਕਮਿਊਨਿਟੀ ਦੇ ਵਿੱਚ ਮੋਡੀਫਿਕੇਸ਼ਨਸ ਹੋਣੀਆਂ ਸ਼ੁਰੂ ਹੋਈਆਂ, ਪਲਾਂਟਸ ਨੂੰ ਉਗਾਉਣਾ ਸ਼ੁਰੂ ਕੀਤਾ, ਕਲਟੀਵੇਸ਼ਨ ਹੋਈ ਪਲਾਂਟਸ ਦੀ, ਐਨੀਮਲਸ ਦੀ ਡੋਮੈਸਟੀਕੇਸ਼ਨ ਹੋਈ ਹੈ ਨਾ, ਠੀਕ ਹੈ, ਤਾਂ ਜੋ ਜਿਹੜਾ ਫੂਡ ਜਿਹੜਾ ਹੈਗਾ ਪਾਪੂਲੇਸ਼ਨ ਨੂੰ ਮਿਲ ਸਕੇ। ਸੋ ਜਿਹੜੀ ਇਹ ਪ੍ਰੈਕਟਿਸ ਕੀਤੀ ਜਾਂਦੀ ਹੈ, ਕਲਟੀਵੇਟ ਕੀਤਾ ਜਾਂਦਾ ਸੋਇਲ ਨੂੰ, ਉੱਥੇ ਇਕਨੋਮਿਕ ਪਲਾਂਟਸ ਉਗਾਏ ਜਾ ਸਕਣ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਕ੍ਰੌਪਸ। ਕਲਟੀਵੇਟਿਡ ਪਲਾਂਟਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਕ੍ਰੌਪਸ। ਇੱਕ ਹੁੰਦੇ ਵਾਈਲਡ ਪਲਾਂਟਸ ਜਿਹੜੇ ਆਪਣੇ ਆਪ ਉਗ ਜਾਂਦੇ, ਜਿਹੜੇ ਅਸੀਂ ਉਗਾਏ ਆ ਪਲਾਂਟਸ ਹੈ ਨਾ, ਉਹਨਾਂ ਨੂੰ ਅਸੀਂ ਕ੍ਰੌਪਸ ਕਹਿੰਦੇ ਹਾਂ, ਠੀਕ। ਸੋ ਦ ਸਟੱਡੀ ਆਫ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਐਗਰੀਕਲਚਰਲ ਕ੍ਰੌਪਸ ਐਂਡ ਇਨਵਾਇਰਮੈਂਟ, ਉਹਨੂੰ ਕੀ ਕਹਿੰਦੇ ਐਗਰੋ ਇਕੋਲੋਜੀ। ਤੁਹਾਨੂੰ ਪਤਾ ਹੀ ਹੈ ਇਨਵਾਇਰਮੈਂਟ ਦੀ ਸਟੱਡੀ ਦੇ ਲਈ ਵਰਡ ਹੀ ਹੈ ਇਕੋਲੋਜੀ, ਠੀਕ ਹੈ। ਫਿਜ਼ੀਕਲ ਕੰਡੀਸ਼ਨਸ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹੈਗੀਆਂ ਮੈਨ ਮੇਡ ਇਕੋਸਿਸਟਮ ਦੇ ਲਈ। ਫਿਜ਼ੀਕਲ ਕੰਡੀਸ਼ਨਸ ਨੈਚੁਰਲੀ ਡਿਪੈਂਡ ਕਰਦਾ ਹੈਗਾ ਕਿ ਜੀਓਗ੍ਰਾਫੀਕਲ ਲੋਕੇਸ਼ਨ ਕਿੱਦਾਂ ਦੀ ਹੈ, ਮਤਲਬ ਕਿ ਪਹਾੜੀ ਇਲਾਕਾ ਹੈਗਾ ਜਾਂ ਪਲੇਨ ਏਰੀਆ, ਕਲਾਈਮੈਟਿਕ ਫੈਕਟਰ ਕਿੱਦਾਂ ਦੇ ਆ, ਨਹੀਂ, ਕਿਉਂਕਿ ਦੇਖੋ ਹਰ ਇੱਕ ਜਿਹੜੀ ਫਸਲ ਹੈਗੀ ਆ ਉਹਨੂੰ ਉੱਗਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦਾ ਟੈਂਪਰੇਚਰ, ਅਲੱਗ-ਅਲੱਗ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ। ਸੋਇਲ ਕੰਡੀਸ਼ਨਸ ਕਿੱਦਾਂ ਦੀਆਂ, ਡੈਫਿਕ ਫੈਕਟਰਸ ਕਿੱਦਾਂ ਦੇ ਆ, ਸਮਝਦੇ ਹੋ। ਸੋ ਨੈਚੁਰਲੀ ਉਸ ਜੀਓਗ੍ਰਾਫੀਕਲ ਜਿਹੜੀ ਲੋਕੇਸ਼ਨ ਹੈਗੀ ਆ ਉਹ ਬਹੁਤ ਇਫੈਕਟ ਕਰੇਗੀ ਪਲਾਂਟ ਦੀ ਗਰੋਥ ਨੂੰ, ਠੀਕ ਹੈ ਜੀ। ਸੀਜ਼ਨ ਦੇ ਹਿਸਾਬ ਦੇ ਨਾਲ ਵੀ ਗਰੋਥ ਹੋਏਗੀ, ਹੈ ਨਾ। ਇਰੀਗੇਸ਼ਨ ਕਿੰਨੀ ਹੋ ਰਹੀ ਹੈ, ਫਰਟੀਲਾਈਜ਼ਰ, ਮੈਨਿਓਰਸ ਤੁਸੀਂ ਯੂਜ਼ ਕਰਦੇ ਪਏ ਹੋ, ਇਹ ਸਭ ਇਫੈਕਟ ਕਰਨਗੇ ਕ੍ਰੌਪ ਦੀ ਗਰੋਥ ਨੂੰ। ਕੰਪੋਜੀਸ਼ਨ ਬਾਇਓਟਿਕ ਕਮਿਊਨਿਟੀ ਦੀ ਨੈਚੁਰਲੀ ਵੇਰੀ ਕਰੇਗੀ, ਹੈ ਨਾ। ਸੋ ਜੇਕਰ ਤੁਸੀਂ ਇੱਕ ਤਰ੍ਹਾਂ ਦੇ ਪਲਾਂਟਸ ਹੀ ਜ਼ਿਆਦਾ ਕਰਕੇ ਉਗਾ ਰਹੇ ਹੋ ਤਾਂ ਉਹਨੂੰ ਅਸੀਂ ਮੋਨੋਕਲਚਰ ਕਹਿ ਦਿੰਦੇ ਹਾਂ, ਹੈ ਨਾ, ਠੀਕ ਹੈ। ਸੋ ਕੁਛ ਤੁਹਾਨੂੰ ਪਤਾ ਕਿ ਐਕਸਟਰਾ ਪਲਾਂਟ ਵੀਡਸ ਜਿਹੜੇ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਗਰੋ ਕਰ ਜਾਂਦੇ ਫੀਲਡ ਦੇ ਵਿੱਚ। ਐਨੀਮਲ ਪਾਪੂਲੇਸ਼ਨ ਜਿਹੜੀ ਹੈ ਜ਼ਿਆਦਾ ਕਰਕੇ ਅਰਥਵਰਮਸ, ਨਿਮੇਟੋਡਸ, ਰੋਡੈਂਟਸ ਵਗੈਰਾ, ਇਨਸੈਕਟ ਪੋਲੀਨੇਟਰਸ, ਪੈਸਟਸ, ਜਿਹੜੇ ਬਰਡਸ ਜਿਹੜੇ ਆ ਤੁਹਾਨੂੰ ਦੇਖਣ ਦੇ ਲਈ ਮਿਲਣਗੇ, ਹੈ ਨਾ। ਡੀਕੰਪੋਜ਼ਰਸ ਵੀ ਪ੍ਰੈਜ਼ੈਂਟ ਹੁੰਦੇ ਕ੍ਰੌਪਲੈਂਡਸ ਦੇ ਵਿੱਚ, ਠੀਕ ਹੈ। ਸੋ ਨੈਚੁਰਲੀ ਉਦੋਂ ਰਿਚ ਹੋਏਗੀ ਕ੍ਰੌਪਲੈਂਡ ਬਾਇਓਟਿਕ ਕਮਿਊਨਿਟੀ, ਠੀਕ ਹੈ, ਜਦੋਂ ਕ੍ਰੌਪ ਜਿਹੜੀ ਉੱਥੇ ਗਰੋ ਕਰ ਰਹੀ ਹੈ। ਇੱਕ ਤੁਹਾਡੇ ਕੋਲ ਇਹਦੇ ਅੰਡਰ ਹੀ ਟੌਪਿਕ ਦਿੱਤਾ ਵਰਨੇਬਿਲਿਟੀ, ਹੈ ਨਾ। ਐਗਰੋ ਇਕੋਸਿਸਟਮ ਜਿਹੜੇ ਹੁੰਦੇ ਸਿੰਪਲ ਹੈ, ਐਫੀਸ਼ੀਐਂਟ ਹੈ, ਠੀਕ ਹੈ, ਪਰ ਇਕੋਸਿਸਟਮ ਨੈਚੁਰਲ ਇਕੋਸਿਸਟਮ ਦੇ ਨਾਲੋਂ, ਠੀਕ ਹੈ ਨਾ, ਡਾਇਵਰਸਿਟੀ ਦੀ ਕਮੀ ਤਾਂ ਹੋਏਗੀ ਨਾ। ਨੇਚਰ ਤਾਂ ਬਹੁਤ ਕੁਛ ਦੇ ਦਿੰਦੀ ਹੈ, ਇਸ ਕਰਕੇ ਕਿ ਜੇਕਰ ਇੱਕਦਮ ਕਲਾਈਮੈਟਿਕ ਚੇਂਜ ਆ ਜਾਣ ਨਾ, ਠੀਕ ਹੈ, ਸੋ ਜਿਹੜੇ ਕ੍ਰੌਪਲੈਂਡਸ ਹੈਗੇ ਉਹਨਾਂ ਦੇ ਖਤਮ ਹੋਣ ਦਾ ਖਤਰਾ ਪੈਦਾ ਹੋ ਜਾਂਦਾ। ਦੇਖੋ ਜਿੱਦਾਂ ਕਿ ਡਰੌਟ ਹੈ, ਪੈਸਟ ਹੈ, ਡਿਜ਼ੀਜ਼ਿਸ ਆ ਗਈਆਂ, ਉਹ ਡਿਸਟਰੋਏ ਕਰ ਦੇਣਗੀਆਂ ਨਾ ਪੂਰੀ ਦੀ ਪੂਰੀ ਕ੍ਰੌਪ ਨੂੰ। ਇਸ ਕਰਕੇ ਕ੍ਰੌਪ ਦੇ ਖਤਮ ਹੋਣ ਦਾ ਖਤਰਾ ਜਿਹੜਾ ਹੈਗਾ, ਠੀਕ ਹੈ, ਮੋਨੋਕਲਚਰ ਦੇ ਕੇਸ ਦੇ ਵਿੱਚ ਖਾਸ ਕਰਕੇ। ਇਸ ਕਰਕੇ ਇੱਕ ਨਾਲੋਂ ਜ਼ਿਆਦਾ ਪਲਾਂਟ ਪਾਪੂਲੇਸ਼ਨਸ ਜੇਕਰ ਉਗਾਈਆਂ ਹੋਣਗੀਆਂ ਨਾ, ਪੋਲੀਕਲਚਰ ਕੀਤਾ ਹੋਏਗਾ, ਅਤੇ ਫਿਰ ਬਚਾਅ ਹੋ ਜਾਏਗਾ। ਜੇਕਰ ਇੱਕ ਹੀ ਫਸਲ ਉਗਾਈ ਗਈ ਹੈ ਅਤੇ ਉਹ ਵੀ ਨਸ਼ਟ ਹੋ ਗਈ ਹੈ ਤਾਂ ਨੁਕਸਾਨ ਹੋਏਗਾ। ਇਸੇ ਤਰੀਕੇ ਨਾਲ ਤੁਹਾਡੇ ਕੋਲ ਐਗਰੋ ਬੈਕਟੀਰੀਅਮ ਦੇ ਕਰੈਕਟਰਿਸਟਿਕਸ ਹੈਗੇ ਨੇ, ਇਹ ਮੈਂ ਤੁਹਾਨੂੰ ਥੋੜ੍ਹੇ ਜਿਹੇ ਪੁਆਇੰਟ ਬੋਲਣੇ ਆ, ਤੁਸੀਂ ਪੜ੍ਹੋਗੇ ਇਹਨਾਂ ਨੂੰ, ਠੀਕ ਹੈ। ਸੋ ਨੈਚੁਰਲੀ ਇਕੋਸਿਸਟਮਸ ਜਿਹੜੇ ਕਿਹਦੇ ਦੁਆਰਾ ਕ੍ਰੀਏਟ ਕੀਤੇ ਜਾਂਦੇ, ਹੁਣੇ ਅਸੀਂ ਪੜ੍ਹ ਕੇ ਹਟੇ ਹਾਂ ਮੈਨ ਦੇ ਦੁਆਰਾ, ਹਾਂ। ਇਸ ਕਰਕੇ ਅਸੀਂ ਇਹਨਾਂ ਨੂੰ ਆਰਟੀਫਿਸ਼ਲ ਕਹਿ ਦਿੰਦੇ ਹਾਂ। ਮੈਨ ਹੀ ਇਹਨੂੰ ਮੇਨਟੇਨ ਕਰਦੇ ਆ, ਰੈਗੂਲੇਟ ਕਰਕੇ ਰੱਖਦੇ ਆ, ਹੈ ਨਾ, ਠੀਕ ਹੈ। ਸੋ ਦੇ ਲੈਕ ਦਾ ਕਪੈਸਿਟੀ ਆਫ ਸੈਲਫ ਰੈਗੂਲੇਸ਼ਨ, ਹੈ ਨਾ। ਸੋ ਇਹਨੂੰ ਤੁਹਾਨੂੰ ਖੁਦ ਕਰਨਾ ਪਏਗਾ ਇਹਨਾਂ ਨੂੰ ਰੈਗੂਲੇਟ। ਏਰੀਏਟਡ ਹੋਣੇ ਚਾਹੀਦੇ ਆ, ਹਵਾ ਜਿਹੜੀ ਹੈਗੀ ਆ ਪ੍ਰੋਪਰ ਫਸਲ ਨੂੰ, ਸੋਇਲ ਨੂੰ ਮਿਲਣੀ ਚਾਹੀਦੀ ਹੈ, ਪ੍ਰੋਪਰ ਪਾਣੀ ਮਿਲਣਾ ਚਾਹੀਦਾ, ਮਨਿਓਰ ਫਰਟੀਲਾਈਜ਼ਰਸ ਜਿਹੜੇ ਹੈਗੇ ਆ ਪ੍ਰੋਪਰ ਮਿਲਣੇ ਚਾਹੀਦੇ ਆ, ਹੈ ਨਾ, ਠੀਕ ਹੈ। ਸੋ ਪ੍ਰੋਟੈਕਟਡ ਪੈਥੋਜਨਸ, ਪੈਸਟ ਵਗੈਰਾ ਜਿਹੜੇ ਆ ਉਹਨਾਂ ਤੋਂ ਪ੍ਰੋਟੈਕਟ ਕਰਨਾ ਪਏਗਾ ਤੁਹਾਨੂੰ ਕ੍ਰੌਪਲੈਂਡਸ ਨੂੰ, ਹੈ ਨਾ। ਵੀਡਸ ਜਿਹੜੀਆਂ ਹੈਗੀਆਂ, ਪੈਸਟੀਸਾਈਡਸ, ਵੀਡੀਸਾਈਡਸ ਤੁਹਾਨੂੰ ਯੂਜ਼ ਕਰਨੇ ਪੈਣਗੇ, ਹੈ ਨਾ, ਠੀਕ ਹੈ। ਸੋ ਨੈਚੁਰਲੀ ਉਹ ਹਿਊਮਨ ਬੀਇੰਗਸ ਦੇ ਲਈ ਅਤੇ ਐਨੀਮਲਸ ਦੇ ਲਈ ਹੋ ਸਕਦੇ ਟੌਕਸਿਕ ਤਾਂ ਹੋਣਗੇ ਹੀ, ਠੀਕ। ਸੋ ਨੈਚੁਰਲੀ ਪਰ ਯੂਜ਼ ਕਰਨੇ ਪੈਂਦੇ ਆ ਜੇਕਰ ਤੁਸੀਂ ਫਸਲ ਜਿਹੜੀ ਆ ਉਹਦਾ ਬਚਾਅ ਕਰਨਾ ਹੈਗਾ, ਹੈ ਨਾ, ਠੀਕ ਹੈ। ਸੋ ਦੇ ਲੈਕ ਦਾ ਸਰਕੂਲੇਸ਼ਨ ਆਫ ਨੈਚੁਰਲ ਸੋਇਲ ਨਿਊਟਰੀਐਂਟਸ, ਹੈ ਨਾ। ਸੋ ਇਸ ਕਰਕੇ ਕੀ ਹੈ ਕਿ ਨਿਊਟਰੀਐਂਟਸ ਜਿਹੜੇ ਆ ਉਹਨਾਂ ਦੀ ਪ੍ਰੋਪਰ ਸਰਕੂਲੇਸ਼ਨ ਨਹੀਂ ਹੋ ਪਾਏਗੀ, ਆਰਟੀਫਿਸ਼ਲ, ਹੈ ਨਾ। ਮੈਂ ਪਹਿਲਾਂ ਹੀ ਦੱਸਿਆ ਹੈਗਾ ਕਿ ਨੈਚੁਰਲ ਅਤੇ ਆਰਟੀਫਿਸ਼ਲ ਜਿਹੜੇ ਕ੍ਰੌਪਲੈਂਡਸ ਹੋਣਗੇ ਉਹਨਾਂ ਦਾ ਫਰਕ ਤਾਂ ਹੋਏਗਾ। ਇਸ ਕਰਕੇ ਤੁਹਾਨੂੰ ਆਪਣੇ ਕੋਲੋਂ ਮਨਿਓਰ ਜਿਹੜੇ ਆ ਜ਼ਿਆਦਾ ਦੇਣੇ ਪੈਣਗੇ, ਹੈ ਨਾ। ਸਟੇਬਿਲਿਟੀ ਵੀ ਜ਼ਿਆਦਾ ਨਹੀਂ ਹੋਏਗੀ ਇਹਨਾਂ ਐਗਰੋ ਇਕੋਸਿਸਟਮਸ ਦੇ ਵਿੱਚ, ਕਿਉਂਕਿ ਜ਼ਿਆਦਾ ਕਰਕੇ ਮੋਨੋਕਲਚਰਸ ਹੀ ਹੈ, ਇੱਕ ਤਰ੍ਹਾਂ ਦੀ ਫਸਲ ਹੀ ਉਗਾਈ ਜਾ ਰਹੀ। ਇਸ ਕਰਕੇ ਤੁਹਾਨੂੰ ਡਾਇਵਰਸਿਟੀ ਦੇਖਣ ਦੇ ਲਈ ਵੀ ਨਹੀਂ ਮਿਲੇਗੀ, ਹੈ ਨਾ। ਉਹ ਅਸੀਂ ਪਹਿਲਾਂ ਵੀ ਪੁਆਇੰਟ ਕੀਤਾ ਕਿ ਡਰੌਟਸ ਆ ਜਾਣਗੇ, ਫਲੱਡਸ ਆ ਜਾਣਗੇ, ਕੋਈ ਬਿਮਾਰੀ ਲੱਗ ਜਾਏਗੀ ਪੌਦਿਆਂ ਨੂੰ, ਠੀਕ ਹੈ, ਤਾਂ ਇਹ ਡਿਸਟਰੋਏ ਹੋ ਜਾਏਗੀ ਫਸਲ ਜਿਹੜੀ ਹੈਗੀ ਆ, ਡਿਸਟਰਕਸ਼ਨ ਹੋ ਜਾਏਗੀ। ਕ੍ਰੌਪ ਜਿਹੜੀ ਹੈਗੀ ਆ ਐਗਰੋ ਇਕੋਸਿਸਟਮ ਦੇ ਵਿੱਚ ਉਗਾਈ ਜਾਂਦੀ ਹੈਗੀ ਆ। ਸੋ ਨੈਚੁਰਲੀ ਇੰਪਰੂਵਡ ਕੀਤੀ ਜਾਂਦੀ, ਉਹਨੂੰ ਜੈਨੇਟਿਕਲੀ ਇੰਪਰੂਵ ਕਰਨਾ ਪੈਂਦਾ ਹੈਗਾ ਤਾਂ ਜੋ ਯੀਲਡ ਜ਼ਿਆਦਾ ਮਿਲ ਸਕੇ, ਠੀਕ ਹੈ। ਅੱਗੇ ਤੁਹਾਡੇ ਕੋਲ ਆ ਗਿਆ ਇਕੋਲੋਜੀਕਲ ਸਕਸੈਸ਼ਨ, ਹੈ ਨਾ। ਸੋ ਇਹ ਤੁਹਾਨੂੰ ਪਿੱਛੇ ਵੀ ਕੁਐਸਚਨ ਵੀ ਆਇਆ ਸੀ, ਵਾਟ ਡੂ ਯੂ ਮੀਨ ਬਾਏ ਇਕੋਲੋਜੀਕਲ ਸਕਸੈਸ਼ਨ। ਸੋ ਇਹਦਾ ਕੀ ਮਤਲਬ ਕਿ ਨੈਚੁਰਲ ਡਿਵੈਲਪਮੈਂਟ ਕਰ ਰਹੇ ਹੋ ਤੁਸੀਂ, ਬਹੁਤ ਸਾਰੀਆਂ ਸੀਰੀਜ਼ ਆਫ ਬਾਇਓਟਿਕ ਕਮਿਊਨਿਟੀਜ਼ ਤੁਸੀਂ ਇੱਕ ਤੋਂ ਬਾਅਦ ਇੱਕ ਉਗਾ ਰਹੇ ਹੋ ਸੇਮ ਏਰੀਏ ਦੇ ਵਿੱਚ, ਠੀਕ ਹੈ। ਨੈਚੁਰਲ ਡਿਵੈਲਪਮੈਂਟ ਕਰਦੇ ਪਏ ਹੋ ਟਿਲ ਅ ਪਰਮਾਨੈਂਟ ਕਲਾਈਮੈਕਸ ਕਮਿਊਨਿਟੀ ਇਸਟੈਬਲਿਸ਼ ਹੋ ਜਾਏ। ਅੱਗੇ ਤੁਹਾਨੂੰ ਸਮਝਾਵਾਂਗੇ, ਤੁਹਾਨੂੰ ਬਹੁਤ ਕਲੀਅਰਲੀ ਸਮਝ ਆ ਜਾਏਗਾ। ਇਹਨੂੰ ਕਹਿੰਦੇ ਬਾਇਓਟਿਕ ਸਕਸੈਸ਼ਨ।
है ना। ਵੀ ਜਿਵੇਂ ਇੱਕ ਚਟਾਨ ਹੈ, ਚਟਾਨਾਂ ਦੇ ਉੱਤੇ ਵੀ ਸ਼ੁਰੂ ਹੋ ਜਾਂਦਾ ਬਾਇਓਟਿਕ ਸਕਸੈਸ਼ਨ। ਇੱਕ ਛੱਪੜ ਹੈ, ਛੱਪੜ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਮਿੱਟੀ ਦੇ ਨਾਲ ਭਰ ਦਿੱਤਾ, ਉਦੋਂ ਉਹਦੇ ਉੱਤੇ ਫਿਰ ਪਲਾਂਟਸ ਉਗਣੇ ਸ਼ੁਰੂ ਹੋ ਜਾਣ। ਸਮਝਦੇ ਪਏ ਹੋ, ਕਿਸੇ ਚਟਾਨ ਦੇ ਉੱਤੇ ਕਦੇ ਵੀ ਪੌਦੇ ਨਹੀਂ ਸੀ ਉੱਗੇ, ਉਹਦੇ 'ਤੇ ਉਗਣੇ ਸ਼ੁਰੂ ਹੋ ਜਾਣ ਬੱਚੇ, ਇਹਨੂੰ ਅਸੀਂ ਕਹਿੰਦੇ ਹਾਂ ਸਕਸੈਸ਼ਨ, ਬਾਇਓਟਿਕ ਸਕਸੈਸ਼ਨ ਜਾਂ ਫਿਰ ਇਕੋਲੋਜੀਕਲ ਸਕਸੈਸ਼ਨ, ਹੈ ਨਾ। ਠੀਕ, ਸੋ ਸਭ ਤੋਂ ਪਹਿਲਾਂ ਜਿਹੜੀ ਕਮਿਊਨਿਟੀ, ਠੀਕ ਹੈ ਨਾ, ਕਿਸੇ ਏਰੀਏ ਦੇ ਵਿੱਚ ਸਭ ਤੋਂ ਪਹਿਲਾਂ ਉਗਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਾਇਓਨੀਅਰ ਕਮਿਊਨਿਟੀ। ਉਹਦੇ ਤੋਂ ਬਾਅਦ ਜਿਹੜੀ ਅਗਲੀ ਆਉਂਦੀ ਹੈ ਉਹਨੂੰ ਅਸੀਂ ਕਹਿੰਦੇ ਟ੍ਰਾਂਜੀਸ਼ਨਲ ਕਮਿਊਨਿਟੀ। ਤਾਂ ਜੋ ਲਾਸਟ ਦੇ ਵਿੱਚ ਜਿਵੇਂ ਤੁਸੀਂ ਫਿਲਮ ਜਿਹੜੀ ਹੈਗੀ ਆ ਉਹਦਾ ਜਦੋਂ ਐਂਡ ਹੋਣ ਲੱਗਦਾ ਤਾਂ ਉਹਦੇ ਤੋਂ ਪਹਿਲਾਂ ਇੱਕ ਆਉਂਦਾ ਕਲਾਈਮੈਕਸ, ਹੈ ਨਾ। ਤੁਹਾਨੂੰ ਕਲਾਈਮੈਕਸ 'ਤੇ ਪਤਾ ਲੱਗ ਜਾਂਦਾ ਕਿ ਹੁਣ ਫਿਲਮ ਦਾ ਐਂਡ ਕੀ ਹੋਏਗਾ, ਹੈ ਨਾ। ਇਸੇ ਤਰੀਕੇ ਦੇ ਨਾਲ ਜੋ ਲਾਸਟ ਤੁਹਾਡੇ ਕੋਲੋਂ ਕਮਿਊਨਿਟੀ ਉੱਗੇਗੀ ਨਾ, ਠੀਕ ਹੈ ਨਾ, ਪਲਾਂਟਸ ਦੀ, ਤਾਂ ਉਹ ਕਿਹੜੀ ਹੋਏਗੀ, ਕਲਾਈਮੈਕਸ ਕਮਿਊਨਿਟੀ। ਸੋ ਸਭ ਤੋਂ ਪਹਿਲੀ ਪਾਇਓਨੀਅਰ ਕਮਿਊਨਿਟੀ, ਦੂਸਰੇ ਨੰਬਰ ਵਾਲੀ ਟ੍ਰਾਂਜੀਸ਼ਨਲ ਕਮਿਊਨਿਟੀ ਅਤੇ ਲਾਸਟ ਵਾਲੀ ਕਲਾਈਮੈਕਸ ਕਮਿਊਨਿਟੀ, ਠੀਕ ਹੈ। ਸੋ ਇਹ ਜੋ ਸਾਰੇ ਦੇ ਸਾਰੀ ਇੰਟਾਇਰ ਸੀਰੀਜ਼ ਹੈਗੀ ਆ ਨਾ ਕਮਿਊਨਿਟੀਜ਼ ਦੀ, ਇਹਨੂੰ ਅਸੀਂ ਸੀਰੀ ਵੀ ਕਹਿੰਦੇ ਆ, ਠੀਕ ਹੈ। ਅਤੇ ਜਿਹੜੇ ਇੰਡੀਵਿਜੂਅਲ ਹੁੰਦੇ ਆ ਇਹਨਾਂ ਦੇ ਅੰਦਰ, ਹੈ ਨਾ, ਦਾ ਇੰਡੀਵਿਜੂਅਲ ਟ੍ਰਾਂਜੀਸ਼ਨਲ ਕਮਿਊਨਿਟੀਜ਼, ਕੱਲੀ ਜਿਹੜੀ ਟ੍ਰਾਂਜੀਸ਼ਨਲ ਕਮਿਊਨਿਟੀ ਹੈ ਉਹਨੂੰ ਅਸੀਂ ਸੀਰਲ ਕਮਿਊਨਿਟੀਜ਼ ਕਹਿੰਦੇ ਆ ਜਾਂ ਫਿਰ ਸੀਰਲ ਸਟੇਜਿਸ ਕਹਿੰਦੇ ਆ, ਠੀਕ ਹੈ। ਸਾਰੇ ਦੀਆਂ ਸਾਰੀਆਂ ਕਮਿਊਨਿਟੀਜ਼ ਨੂੰ ਅਸੀਂ ਇਕੱਲਾ ਸੀਰੀ ਵੀ ਕਹਿੰਦੇ ਹਾਂ, ਸਮਝਦੇ ਪਏ ਹੋ, ਪਾਇਓਨੀਅਰ ਨੂੰ ਵੀ, ਕਲਾਈਮੈਕਸ ਨੂੰ ਵੀ, ਟ੍ਰਾਂਜੀਸ਼ਨਲ ਨੂੰ ਵੀ, ਹੈ ਨਾ। ਪਰ ਜੇਕਰ ਮੈਂ ਇਕੱਲੀ ਦੀ ਗੱਲ ਕਰਾਂ, ਠੀਕ ਹੈ, ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਸੀਰਲ ਕਮਿਊਨਿਟੀਜ਼ ਜਾਂ ਫਿਰ ਸੀਰਲ ਸਟੇਜਿਸ, ਠੀਕ। ਸੋ ਤੁਹਾਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਨੇਮ ਵੀ ਹੈ ਕਮਿਊਨਿਟੀਜ਼ ਦੇ, ਹੈ ਨਾ, ਠੀਕ ਹੈ। ਸੋ ਦਾ ਸੀਰੀਅਲ ਸਟੇਜਿਸ ਫਰੋਮ ਦਾ ਪਾਇਓਨੀਅਰ ਟੂ ਦਾ ਕਲਾਈਮੈਕਸ ਕਮਿਊਨਿਟੀ, ਠੀਕ। ਸੋ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਜ਼ੀਰੋ ਸੀਅਰ। ਜੇਕਰ ਇਕੋਲੋਜੀਕਲ ਸਕਸੈਸ਼ਨ ਜਿਹੜਾ ਹੈਗਾ ਕਿਤੇ ਵੀ ਬੇਅਰ ਰੌਕ ਜਾਂ ਫਿਰ ਸੈਂਡ ਦੇ ਉੱਤੇ ਤੁਸੀਂ ਸ਼ੁਰੂ ਕੀਤਾ ਹੈ ਨਾ ਸਕਸੈਸ਼ਨ, ਅਤੇ ਬੱਚੇ ਅਸੀਂ ਇਹਨੂੰ ਕੀ ਕਹਿੰਦੇ ਹਾਂ, ਜ਼ੀਰੋ ਸੀਅਰ। ਜੇਕਰ ਸਕਸੈਸ਼ਨ ਪਾਣੀ ਦੇ ਵਿੱਚ ਸ਼ੁਰੂ ਹੋਇਆ, ਹੈ ਨਾ, ਪਾਣੀ ਦੇ ਵਿੱਚ ਪੌਦੇ ਉਗਣੇ ਸ਼ੁਰੂ ਹੋਏ ਆ, ਅਤੇ ਅਸੀਂ ਇਹਨੂੰ ਕਹਿੰਦੇ ਹਾਂ ਹਾਈਡਰੋਸੀਅਰ। ਜ਼ੀਰੋ ਸੀਅਰ ਅੱਗੋਂ ਦੋ ਤਰ੍ਹਾਂ ਦੇ ਹੋ ਸਕਦੇ ਆ ਵੀ ਜੇਕਰ ਤਾਂ ਰੌਕ ਬਿਲਕੁਲ ਪਹਿਲਾਂ ਨੰਗੀ ਸੀਗੀ, ਹੈ ਨਾ, ਉੱਥੇ ਕੁਛ ਉਗਣਾ ਸ਼ੁਰੂ ਹੋਇਆ ਅਤੇ ਉਹਨੂੰ ਅਸੀਂ ਲਿਥੋਸੀਅਰ ਕਹਿ ਦਿੰਦੇ ਹਾਂ। ਜੇਕਰ ਸੈਂਡ ਦੇ ਉੱਤੇ ਸ਼ੁਰੂ ਹੋਇਆ ਤਾਂ ਅਸੀਂ ਇਹਨੂੰ ਸੈਮੋਸੀਅਰ ਕਹਿ ਦਿੰਦੇ ਹਾਂ, ਪੀ ਸਾਈਲੈਂਟ ਹੈ, ਸਮਝ ਗਏ ਹੋ, ਠੀਕ। ਪਾਣੀ ਦੇ ਵਿੱਚ ਜਿਹੜਾ ਇਕੋਲੋਜੀਕਲ ਸਕਸੈਸ਼ਨ ਸ਼ੁਰੂ ਹੋਇਆ ਅਸੀਂ ਉਹਨੂੰ ਹਾਈਡਰਾਰਕ ਵੀ ਕਹਿੰਦੇ ਹਾਂ, ਠੀਕ ਹੈ ਜੀ। ਹਾਈਡਰੋਸੀਅਰ ਵੀ ਕਹਿ ਦਿੰਦੇ ਹਾਂ ਅਤੇ ਹਾਈਡਰਾਰਕ ਵੀ ਕਹਿ ਦਿੰਦੇ ਹਾਂ, ਠੀਕ। ਇਕੋਲੋਜੀਕਲ ਸਕਸੈਸ਼ਨ ਦੇ ਹੁਣ ਤੁਹਾਡੇ ਕੋਲ ਕਰੈਕਟਰਿਸਟਿਕਸ ਆ ਗਏ। ਹਮੇਸ਼ਾ ਹੀ ਇਕੋਲੋਜੀਕਲ ਸਕਸੈਸ਼ਨ ਜਦੋਂ ਸ਼ੁਰੂ ਹੋਣਾ ਤਾਂ ਨੈਚੁਰਲੀ ਉਹ ਛੋਟੇ ਸ਼ਾਰਟ ਲਿਵਡ ਜਿਹੜੇ ਪਲਾਂਟਸ ਹੈਗੇ ਆ ਉੱਥੋਂ ਸ਼ੁਰੂ ਹੋਣਾ, ਫਿਰ ਲੰਬੇ ਪਲਾਂਟਸ ਜਿਹੜੇ ਵੱਡੇ ਪਲਾਂਟਸ ਹੈ ਉਹ ਉਗਣੇ, ਹੈ ਨਾ, ਛੋਟਿਆਂ ਤੋਂ ਸ਼ੁਰੂ ਹੋ ਕੇ, ਠੀਕ ਹੈ। ਸੋ ਨੈਚੁਰਲੀ ਡਾਇਵਰਸਿਟੀ ਪਹਿਲਾਂ ਘੱਟ ਹੋਏਗੀ, ਫਿਰ ਹੌਲੀ ਡਾਇਵਰਸਿਟੀ ਲਾਈਫ ਦੀ ਵਧੇਗੀ, ਹੈ ਨਾ। ਜਿੱਥੇ ਕਦੀ ਕੁਛ ਹੁੰਦਾ ਹੀ ਨਹੀਂ ਸੀ ਉੱਥੇ ਇੱਕਦਮ ਡਾਇਵਰਸਿਟੀ ਕਿੱਦਾਂ ਆ ਜਾਏਗੀ, ਹੈ ਨਾ। ਵੀ ਚਟਾਨਾਂ ਪਹਿਲਾਂ ਤੋਂ ਖਾਲੀ ਪਈਆਂ ਹੋਈਆਂ ਸੀ, ਫਿਰ ਹੁਣ ਹੌਲੀ ਲਾਈਫ ਆਏਗੀ ਨਾ ਉੱਥੇ, ਹੈ ਨਾ, ਠੀਕ ਹੈ। ਸੋ ਕੰਪਲੀਟ ਐਡਜਸਟਮੈਂਟ ਜਿਹੜੀ ਹੈਗੀ ਜਦੋਂ ਇਨਵਾਇਰਮੈਂਟ ਦੇ ਨਾਲ ਹੋ ਜਾਏਗੀ ਤਾਂ ਉਸ ਏਰੀਏ ਦੀ ਸਟੇਬਿਲਿਟੀ ਵੱਧ ਜਾਏਗੀ। ਇੱਕ ਵਾਰੀ ਸਕਸੈਸ਼ਨ ਸ਼ੁਰੂ ਹੋ ਗਿਆ ਫਿਰ ਦੁਬਾਰਾ ਆਪਣੇ ਆਪ ਥੋੜ੍ਹੀ ਕਰਨਾ ਹੁੰਦਾ ਹੈ, ਫਿਰ ਤਾਂ ਆਪਣੇ ਆਪ ਹੀ ਪਲਾਂਟਸ ਉਗਦੇ ਰਹਿੰਦੇ ਆ, ਹੈ ਨਾ। ਬਾਇਓਮਾਸ ਜਿਹੜਾ ਹੈਗਾ ਇਨਕਰੀਜ਼ ਕਰਦਾ ਜਾਏਗਾ, ਪਲਾਂਟਸ ਹੋਣਗੇ, ਪਲਾਂਟਸ ਦੇ ਫਿਰ ਨਾਲ ਐਨੀਮਲਸ ਵੀ ਆ ਜਾਣਗੇ ਉੱਥੇ, ਹੈ ਨਾ, ਉਸ ਜਗ੍ਹਾ ਦੇ ਉੱਤੇ, ਠੀਕ ਹੈ ਜੀ। ਸੋ ਨਿਚ ਦੀ ਵੀ ਸਪੈਸ਼ਲਾਈਜੇਸ਼ਨ ਹੋ ਜਾਏਗੀ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਡਿਫਰੈਂਸ ਕਰਵਾਇਆ ਹੋਇਆ ਨਿਚ ਅਤੇ ਹੈਬੀਟੈਟ ਦੇ ਵਿੱਚ ਕੀ ਡਿਫਰੈਂਸ ਹੈਗਾ, ਹੈ ਨਾ। ਹਰ ਇੱਕ ਦਾ ਆਪਣਾ ਫੰਕਸ਼ਨ ਜਿਹੜਾ ਹੋਏਗਾ, ਹੈ ਨਾ, ਠੀਕ ਹੈ। ਸੋ ਚਾਹੇ ਉਹ ਹਰਬੀਵੋਰਸ ਹੈ, ਗ੍ਰੀਨ ਪਲਾਂਟਸ ਹੈ, ਕਾਰਨੀਵੋਰਸ ਹੈ, ਗ੍ਰੈਜੂਅਲ ਡਿਵੈਲਪਮੈਂਟ ਆ ਕੇ ਸੋਇਲ ਦੀ ਹੁਣ ਹੌਲੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਏਗੀ ਕਿਉਂਕਿ ਪਲਾਂਟਸ ਉਗਣੇ ਸ਼ੁਰੂ ਹੋ ਗਏ ਨਾ। ਸੋਇਲ ਵੀ ਦੇਖੋ, ਚਟਾਨ ਦੇ ਵਿੱਚ ਪੌਦਾ ਉਗਣਾ ਤਾਂ ਨੈਚੁਰਲੀ ਉਹਨੇ ਸੋਇਲ ਹੀ ਬਣ ਜਾਣਾ ਨਾ। ਹਿਊਮਨਸ ਦਾ ਕੰਟੈਂਟ ਵੱਧ ਜਾਏਗਾ, ਸਿੰਪਲ ਫੂਡ ਚੇਨ ਜਿਹੜੀ ਹੈਗੀ ਉਹ ਹੌਲੀ ਫਿਰ ਕੰਪਲੈਕਸ ਵੈਬ ਬਣਨਾ ਸ਼ੁਰੂ ਹੋ ਜਾਏਗੀ, ਕੰਪਲੈਕਸ ਫੂਡ ਵੈਬ ਬਣ ਜਾਏਗਾ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਸਕਸੈਸ਼ਨ ਦੇ ਹਿਸਾਬ ਦੇ ਨਾਲ ਕੀ ਹੈ, ਸਾਈਡ ਬਾਈ ਸਾਈਡ ਜਿਹੜਾ ਹੈਗਾ ਪਲਾਂਟ ਐਂਡ ਐਨੀਮਲ ਕਮਿਊਨਿਟੀਜ਼ ਦਾ ਸਕਸੈਸ਼ਨ ਜੋ ਹੈ ਉਹ ਚੱਲਦਾ ਹੀ ਰਹਿੰਦਾ। ਟਾਈਪਸ ਇਕੋਲੋਜੀਕਲ ਸਕਸੈਸ਼ਨ ਜਿਹੜੇ ਹੈਗੇ ਆ ਦੋ ਤਰ੍ਹਾਂ ਦੇ ਹੋ ਸਕਦੇ, ਪ੍ਰਾਇਮਰੀ ਐਂਡ ਸੈਕੰਡਰੀ। ਪ੍ਰਾਇਮਰੀ ਸਕਸੈਸ਼ਨ, ਹੈ ਨਾ। ਸੋ ਪ੍ਰਾਇਮਰੀ ਸਕਸੈਸ਼ਨ ਜਿਹੜਾ ਹੈਗਾ, ਜਿਹੜਾ ਸਭ ਤੋਂ ਪਹਿਲਾਂ ਉੱਗਿਆ ਸੀ ਖਾਲੀ, ਜਿੱਥੇ ਮਿੱਟੀ ਨਹੀਂ ਸੀ ਹੁੰਦੀ, ਬਿਲਕੁਲ ਬੰਜਰ ਸੀਗੀ ਜ਼ਮੀਨ, ਹੈ ਨਾ, ਠੀਕ ਹੈ। ਜਿਵੇਂ ਕਿ ਇਗਨੀਅਸ ਰੌਕਸ ਵਗੈਰਾ ਜਿਹੜੀਆਂ ਕਿ ਸੀ ਤੋਂ ਐਮਰਜ ਹੋਈਆਂ ਨੇ, ਪਾਈਲ ਰੌਕਸ ਦੇ ਢੇਰ ਪਿੱਛੇ ਬਚ ਗਏ ਹੈਗੇ ਆ ਜਦੋਂ ਮਾਊਂਟੇਨ ਜਿਹੜੀ ਹੈਗੀ ਹੈ ਮਾਊਂਟੇਨ ਦੀ ਸਾਈਡ ਤੋਂ, ਠੀਕ ਹੈ, ਇੱਕ ਰੌਕ ਜਿਹੜੀ ਹੈਗੀ ਆ ਟੁੱਟ ਗਈ ਹੈ, ਹੈ ਨਾ। ਸੋ ਖਾਸ ਤੌਰ 'ਤੇ ਇਹਨਾਂ ਏਰੀਆਜ਼ ਦੇ ਵਿੱਚ, ਠੀਕ ਹੈ, ਜਿਵੇਂ ਕਿ ਗਲੇਸ਼ੀਅਰਸ ਜਾਂ ਫਿਰ ਲੇਕਸ ਜਿਹੜੀਆਂ ਹੈਗੀਆਂ ਗਲੇਸ਼ੀਅਰ ਤੋਂ ਬਣੀਆਂ, ਠੀਕ। ਸੋ ਇਸ ਤਰੀਕੇ ਦੇ ਨਾਲ ਲਾਵਾ ਡਿਪੋਜ਼ਿਟ ਹੋ ਗਿਆ, ਨਵੇਂ ਏਰੀਆ ਸਬਮਰਜਡ ਹੋਏ ਆ, ਉਹਨਾਂ ਸਾਰੇ ਨਵੀਂ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਜਦੋਂ ਕੋਈ ਵੀ ਪਲਾਂਟਸ ਉੱਗਣਗੇ ਨਾ ਤਾਂ ਨੈਚੁਰਲੀ ਇਹ ਪਾਇਓਨੀਅਰ ਕਮਿਊਨਿਟੀ ਦੇ ਲਈ ਬਹੁਤ ਹੀ ਚੈਲੰਜਿੰਗ ਹੋਏਗਾ। ਜਿਹੜੀ ਸਭ ਤੋਂ ਪਹਿਲੀ ਕਮਿਊਨਿਟੀ ਉੱਗੇਗੀ ਉਹਦੇ ਲਈ ਬਹੁਤ ਚੈਲੰਜਿੰਗ ਹੈ ਨਾ, ਜਿੱਥੇ ਕਦੀ ਕੁਛ ਨਹੀਂ ਸੀ ਹੁੰਦਾ। ਸੋ ਉਹਨੂੰ ਅਸੀਂ ਕੀ ਕਹਾਂਗੇ, ਪ੍ਰਾਇਮਰੀ ਸਕਸੈਸ਼ਨ। ਇਹਨੂੰ 1000 ਜਾਂ 1000 ਨਾਲੋਂ ਜ਼ਿਆਦਾ ਸਾਲ ਲੱਗ ਜਾਂਦੇ ਆ।
ਪਹਿਲੀ ਵਾਰੀ ਸਕਸੈਸ਼ਨ ਉੱਗਣ ਦੇ ਵਿੱਚ। ਸੈਕੰਡਰੀ ਸਕਸੈਸ਼ਨ ਕੀ ਹੋਏਗਾ, ਨੈਚੁਰਲੀ ਜਿੱਥੇ ਪਹਿਲਾਂ ਠੀਕ ਹੈ ਨਾ ਪ੍ਰੀਵੀਅਸਲੀ ਇਨਹਿਬਿਟਡ ਸੀ ਉਹ ਏਰੀਆ ਹੈ ਨਾ, ਠੀਕ ਹੈ। ਸੋ ਉਹਦੇ ਤੋਂ ਉੱਥੇ ਜੋ ਪਹਿਲਾਂ ਉੱਗ ਗਿਆ ਸੀ ਉਹਦੇ 'ਤੇ ਹੁਣ ਉੱਗਣਾ, ਉਸ ਜ਼ਮੀਨ ਦੇ ਉੱਤੇ ਕਿਸੇ ਚੀਜ਼ ਦਾ ਉੱਗਣਾ, ਉਹ ਸੈਕੰਡਰੀ ਸਕਸੈਸ਼ਨ ਹੋਏਗਾ। ਨੈਚੁਰਲੀ ਇਹ ਈਜ਼ੀ ਹੈ, ਜਲਦੀ ਜਲਦੀ ਪਲਾਂਟਸ ਹੁਣ ਉੱਗਦੇ ਰਹਿਣਗੇ ਕਿਉਂਕਿ ਸੋਇਲ ਤਿਆਰ ਹੈ, ਇੱਥੇ ਤਿਆਰ ਕਰਨੀ ਪਈ ਸੀ, ਪਹਿਲਾਂ ਨਹੀਂ ਸੀ ਤਿਆਰ ਹੈ ਨਾ। ਆਲਰੇਡੀ ਉੱਥੇ ਸੋਇਲ ਪ੍ਰੈਜ਼ੈਂਟ ਹੈਗੀ ਹੈ, ਵੈਜੀਟੇਸ਼ਨ ਵੀ ਪ੍ਰੈਜ਼ੈਂਟ, ਚਾਹੇ ਅੰਡਰਗਰਾਊਂਡ ਸਟੈਮਸ ਪ੍ਰੈਜ਼ੈਂਟ ਹੈ। ਸੈਕੰਡਰੀ ਸਕਸੈਸ਼ਨ ਨੂੰ ਬਣਨ ਦੇ ਲਈ 50 ਤੋਂ ਲੈ ਕੇ 100 ਸਾਲ ਲੱਗ ਜਾਂਦੇ ਆ ਰੀਜਨਰੇਸ਼ਨ ਹੋਣ ਦੇ ਲਈ, ਠੀਕ ਹੈ। ਸੋ ਇੱਕ ਜਿਵੇਂ ਜੰਗਲ ਹੈਗਾ, ਇਹਨੂੰ ਬਣਨ ਦੇ ਲਈ ਜਿਹੜਾ ਹੈਗਾ 100 ਤੋਂ ਲੈ ਕੇ 200 ਸਾਲ ਜਿਹੜੇ ਆ ਲੱਗ ਜਾਂਦੇ ਆ ਸੈਕੰਡਰੀ ਸਕਸੈਸ਼ਨ 'ਚ, ਪਰ ਪ੍ਰਾਇਮਰੀ ਨਾਲੋਂ ਘੱਟ ਹੀ ਹੈ, ਉੱਥੇ ਤਾਂ ਹਜ਼ਾਰਾਂ ਸਾਲ ਲੱਗ ਜਾਂਦੇ ਆ, ਠੀਕ ਹੈ। ਸੋ ਅੱਗੇ ਤੁਹਾਡੇ ਕੋਲ ਹੈ ਜਨਰਲ ਪ੍ਰੋਸੈਸ ਹੈਗੀ ਤੁਹਾਡੇ ਕੋਲ ਸਕਸੈਸ਼ਨ ਦੀ, ਠੀਕ ਹੈ। ਸਿਕੁਐਂਸ਼ੀਅਲ ਸਟੈਪਸ ਕਿਹੜੇ ਹੈਗੇ ਆ ਸਕਸੈਸ਼ਨ ਦੇ ਲਈ, ਹੈ ਨਾ, ਠੀਕ ਹੈ। ਸੋ ਪ੍ਰਾਇਮਰੀ ਆਟੋਟ੍ਰੋਫਿਕ ਸਕਸੈਸ਼ਨ ਵੀ ਕਹਿ ਸਕਦੇ ਹੋ, ਜਾਂ ਸਿੰਪਲ ਇਹ ਵੀ ਕੁਐਸਚਨ ਤੁਹਾਨੂੰ ਇੰਪੋਰਟੈਂਟ ਕੁਐਸਚਨ ਹੈ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਟੈਪ ਆ ਗਿਆ ਨਿਊਟੇਸ਼ਨ, ਹੈ ਨਾ। ਸੋ ਕਿਸ ਤਰੀਕੇ ਨਾਲ ਵੀ ਵਿੰਡ ਹੈ, ਜਾਂ ਕੋਈ ਵੀ ਇਰੋਜ਼ਨ ਹੋਇਆ, ਜਾਂ ਫਿਰ ਲੈਂਡ ਸਲਾਈਡ ਹੋਈ ਹੈ, ਫਲੱਡਸ ਆ ਗਏ ਹੈ ਨਾ, ਜਾਂ ਹਿਊਮਨ ਐਕਟੀਵਿਟੀਜ਼ ਦੇ ਕਰਕੇ ਹੀ ਸਭ ਤੋਂ ਪਹਿਲਾਂ ਕੀ ਕਿਸੇ ਵੀ ਏਰੀਏ ਨੂੰ ਬੇਅਰ ਕਰ ਲੈਣਾ ਤੁਸੀਂ, ਹੈ ਨਾ, ਬਿਲਕੁਲ ਖਾਲੀ ਕਰਨਾ ਹੈਗਾ ਤੁਸੀਂ ਕਿਸੇ ਵੀ ਏਰੀਏ ਨੂੰ, ਠੀਕ ਹੈ। ਸੋ ਨਿਊਡੇਸ਼ਨ ਮਤਲਬ ਨੰਗਾ ਕਰ ਲੈਣਾ, ਅਸੀਂ ਪੰਜਾਬੀ ਦੇ ਵਿੱਚ ਕਵਾਂਗੇ ਇਹਨੂੰ, ਹੈ ਨਾ। ਅੱਛਾ, ਨੰਬਰ 2 ਇਨਵੇਸ਼ਨ ਐਂਡ ਡਿਸਪਰਸ਼ਨ। ਸੋ ਸਭ ਤੋਂ ਪਹਿਲਾਂ ਕੀ ਹੈ, ਬੇਅਰ ਰੌਕ ਜਿਹੜੀ ਹੈਗੀ ਹੈ ਉੱਥੇ ਬਹੁਤ ਸਾਰੇ ਜਿਹੜੇ ਏਬਾਇਓਟਿਕ ਫੈਕਟਰ ਹੈਗੇ ਆ ਅਤੇ ਬਾਇਓਟਿਕ ਫੈਕਟਰਸ ਜਿਹੜੇ ਹੈਗੇ ਆ ਉੱਥੇ ਉਹਨਾਂ ਦੇ ਥਰੂ, ਹੈ ਨਾ, ਤੁਸੀਂ ਪੋਲੀਨੇਸ਼ਨ ਪੜ੍ਹੀ ਹੋਈ ਹੈ, ਟਰਾਂਸਫਰ ਆਫ ਸੀਡ ਕਰਨੀ ਹੈ, ਸਪੋਰਸ ਕਰਨੇ ਹੈ ਨਾ। ਸੋ ਸਭ ਤੋਂ ਪਹਿਲੀ ਸਪੀਸੀਜ਼ ਜਿਹੜੀ ਕਿ ਸੈਟਲ ਹੋਏਗੀ ਨਾ ਬੇਅਰ ਏਰੀਆ, ਤੁਸੀਂ ਪਹਿਲਾਂ ਏਰੀਆ ਨੂੰ ਬੇਅਰ ਕਰ ਲਿਆ, ਖਾਲੀ ਕਰ ਲਿਆ, ਹੁਣ ਕੀ ਹੈਗਾ ਤੁਸੀਂ ਉੱਥੇ ਕੀ ਆ ਸੀਡਸ ਜਾਂ ਸਪੋਰਸ ਜਿਹੜੇ ਹੈਗੇ ਆ ਉਹ ਹੁਣ ਗਰੋ ਕਰਵਾਉਣ ਲੱਗੇ ਹੋ। ਪਹਿਲੀ ਸਪੀਸੀਜ਼ ਜਿਹੜੀ ਕਿ ਬੇਅਰ ਏਰੀਆ ਦੇ ਵਿੱਚ ਗਰੋ ਕੀਤੀ ਹੈ, ਠੀਕ ਹੈ, ਅਸੀਂ ਉਹਨੂੰ ਕੀ ਕਹਿੰਦੇ ਨੇ ਮਾਈਗ੍ਰੇਸ਼ਨ, ਜੋ ਟਰਾਂਸਫਰ ਹੋਈ ਹੈਗੀ ਹੈ ਨਾ, ਠੀਕ ਹੈ ਨਾ। ਸੋ ਸੀਡਸ ਦੀ, ਸਪੋਰਸ ਦੀ, ਠੀਕ ਹੈ। ਸੋ ਫਸਟ ਸੈਟਲਰ ਸਪੀਸੀਜ਼ ਦੇ ਲਈ ਉਹਨੂੰ ਅਸੀਂ ਕਹਿੰਦੇ ਮਾਈਗ੍ਰੇਸ਼ਨ। ਤੀਸਰਾ ਸਟੈਪ ਤੁਹਾਡੇ ਕੋਲ ਆ ਗਿਆ ਸਟੈਬਲਿਸ਼ਮੈਂਟ ਆਫ ਐਸੀਸੀਜ਼, ਹੈ ਨਾ। ਸੋ ਸਪੀਸੀਜ਼ ਜਿਹੜੀਆਂ ਹੈਗੀਆਂ ਨੇ ਬੇਅਰ ਰੌਕਸ ਦੇ ਉੱਤੇ ਹੁਣ ਬੀਜ ਉੱਗ ਗਿਆ ਹੈਗਾ ਉਹਨਾਂ ਦਾ, ਹੈ ਨਾ, ਸਪੋਰਸ ਆ ਗਏ ਹੈਗੇ, ਉਹ ਗਰੋ ਕਰ ਗਈਆਂ, ਸਟੈਬਲਿਸ਼ ਕਰ ਗਈਆਂ, ਇੱਥੋਂ ਤੱਕ ਕਿ ਰੀਪਰੋਡਿਊਸ ਵੀ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ, ਹੈ ਨਾ। ਨੈਚੁਰਲੀ ਜਿੱਥੇ ਉਹ ਗਰੋ ਕਰਦੀਆਂ ਪਈਆਂ ਉੱਥੋਂ ਦਾ ਸਬਸਟੇਟਮ, ਉੱਥੋਂ ਦੇ ਕਲਾਈਮੈਟਿਕ ਇਨਵਾਇਰਮੈਂਟਲ ਫੈਕਟਰ ਕਿੱਦਾਂ ਦੇ ਉਹਨਾਂ ਦੀ ਗਰੋਥ ਨੂੰ ਇਫੈਕਟ ਤਾਂ ਕਰਨਗੇ, ਹੈ ਨਾ, ਠੀਕ। ਸੋ ਪਰ ਸਪੀਸੀਜ਼ ਜਿਹੜੀਆਂ ਹੈਗੀਆਂ ਆਪਣੇ ਆਪ ਨੂੰ ਐਡਜਸਟ ਕਰ ਲੈਂਦੀਆਂ ਹੈਗੀਆਂ ਉਸ ਵਾਤਾਵਰਨ ਦੇ ਹਿਸਾਬ ਦੇ ਨਾਲ, ਠੀਕ ਹੈ। ਸੋ ਇਹ ਸਪੀਸੀਜ਼ ਦੇ ਕਰਕੇ ਹੀ ਇੰਡੀਵਿਜੂਅਲ ਜਿਹੜੇ ਹੈਗੇ ਕਿਸੇ ਵੀ ਸਪੀਸੀਜ਼ ਦੇ ਪੂਰੇ ਤਰੀਕੇ ਦੇ ਨਾਲ ਅਸਟੈਬਲਿਸ਼ ਕਰ ਜਾਂਦੇ ਆ। ਸੋ ਇਹਨੂੰ ਕਹਿੰਦੇ ਅਸੀਸੀਜ਼, ਹੈ ਨਾ, ਕਿ ਅਡੋਪਟ ਕਰ ਲਿਆ ਆਰਗੈਨਿਜ਼ਮਸ ਨੇ ਉੱਥੋਂ ਦੇ ਇਨਵਾਇਰਮੈਂਟ ਨੂੰ ਅਤੇ ਵਧੀਆ ਤਰੀਕੇ ਨਾਲ ਉਹਨਾਂ ਨੇ ਗਰੋ ਕਰਨਾ ਸ਼ੁਰੂ ਕਰ ਦਿੱਤਾ, ਪੂਰੀ ਇਸਟੈਬਲਿਸ਼ਮੈਂਟ ਹੋ ਗਈ ਹੈ ਉਹਨਾਂ ਦੀ। ਫੋਰਥ ਤੁਹਾਡੇ ਕੋਲ ਆ ਜਾਂਦਾ ਐਗਰੀਗੇਸ਼ਨ, ਹੈ ਨਾ। ਸੋ ਨੈਚੁਰਲੀ ਹੁਣ ਇਹਨਾਂ ਨੇ ਕੀ ਕਰਨਾ, ਗਰੋ ਕਰ ਗਏ ਹੈ, ਹੁਣ ਇਹਨਾਂ ਨੇ ਆਪਣਾ ਨੰਬਰ ਵਧਾਉਣਾ ਹੈਗਾ ਰੀਪਰੋਡਕਸ਼ਨ ਦੇ ਦੁਆਰਾ, ਹੈ ਨਾ, ਠੀਕ ਹੈ। ਇੱਕ ਦੂਸਰੇ ਦੇ ਕਾਫੀ ਨੇੜੇ ਆ ਜਾਣਾ, ਬਹੁਤ ਸਾਰੇ ਪਲਾਂਟਸ ਹੁਣ ਉੱਗ ਜਾਣੇ ਨਾ, ਅਤੇ ਉਹਨੂੰ ਅਸੀਂ ਕੀ ਕਹਿੰਦੇ ਹਾਂ, ਐਗਰੀਗੇਸ਼ਨ। ਅੱਛਾ, ਠੀਕ ਹੈ, ਪਲਾਂਟਸ ਗਰੋ ਤਾਂ ਕਰ ਗਏ ਆ, ਗਰੋਥ ਹੋਣੀ ਸ਼ੁਰੂ ਹੋ ਗਈ, ਪਰ ਉਹਨਾਂ 'ਚ ਕੰਪੀਟੀਸ਼ਨ, ਕੋ-ਐਕਸ਼ਨ ਸ਼ੁਰੂ ਹੋ ਜਾਣਾ, ਹੈ ਨਾ, ਠੀਕ ਹੈ। ਸੋ ਇਨਵਾਇਰਮੈਂਟ ਫੇਵਰੇਬਲ ਮਿਲ ਗਿਆ ਹੈਗਾ, ਸਟੈਬਲਿਸ਼ਮੈਂਟ ਵੀ ਹੋ ਗਈ ਹੈ, ਪਰ ਹੁਣ ਪਲਾਂਟਸ ਜੇਕਰ ਇੱਕ ਜੇ ਹੈਗੇ ਆ ਤਾਂ ਉਹਨਾਂ ਦੇ ਵਿਚਕਾਰ ਬੱਚੇ ਉਹਨਾਂ ਦੇ ਲਈ ਲਾਈਟ ਦੇ ਲਈ, ਫੂਡ ਦੇ ਲਈ, ਹੈ ਨਾ, ਸਪੇਸ ਦੇ ਲਈ ਉਹਨਾਂ 'ਚ ਕੰਪੀਟੀਸ਼ਨ ਸ਼ੁਰੂ ਹੋ ਜਾਣਾ, ਇੰਟਰ ਸਪੈਸੀਫਿਕ ਐਂਡ ਇੰਟਰਾ ਸਪੈਸੀਫਿਕ ਕੰਪੀਟੀਸ਼ਨ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਣਾ। ਬਹੁਤ ਸਾਰੀ ਜਿਹੜੀਆਂ ਕਾਈਂਡਸ ਹੈਗੀਆਂ ਇੰਟਰ ਸਪੈਸੀਫਿਕ ਅਤੇ ਇੰਟਰ ਸਪੈਸੀਫਿਕ ਜਿਹੜੇ ਕੰਪੀਟੀਸ਼ਨਸ ਹੈਗੇ, ਨੈਚੁਰਲੀ ਇੰਡੀਵਿਜੂਅਲਸ ਜਿਹੜੇ ਹੈਗੇ ਆ ਨਾ ਕਿਸੇ ਵੀ ਸਪੀਸੀਜ਼ ਦੇ ਉਹਨਾਂ ਨੂੰ ਇਫੈਕਟ ਕਰਨਗੇ। ਵੇਰੀਅਸ ਕਾਈਂਡਸ ਆਫ ਇੰਟਰ ਸਪੈਸੀਫਿਕ ਐਂਡ ਇੰਟਰਾ ਸਪੈਸੀਫਿਕ ਇੰਟਰੈਕਸ਼ਨਸ ਅਫੈਕਟ ਦਾ ਇੰਡੀਵਿਜੂਅਲਸ ਆਫ ਸਪੀਸੀਜ਼ ਇਨ ਵੇਰੀਅਸ ਵੇਜ਼, ਠੀਕ ਹੈ, ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਕੋ-ਐਕਸ਼ਨ, ਹੈ ਨਾ। ਹੁਣ ਉਹਨਾਂ ਨੇ ਇੱਕ ਦੂਸਰੇ ਦੇ ਨਾਲ, ਇੱਕ ਦੂਸਰੇ ਦੇ ਖਿਲਾਫ ਕਹਿ ਲਓ, ਹੈ ਨਾ, ਤੋਂ ਐਕਟ ਕੀਤਾ ਹੈਗਾ, ਅਸੀਂ ਉਹਨੂੰ ਕਹਿ ਦਿੰਦੇ ਹਾਂ ਕੋ-ਐਕਸ਼ਨ, ਹੈ ਨਾ। ਸੋ ਕਿਸੇ ਵੀ ਸਪੀਸੀਜ਼ ਦਾ ਸਰਵਾਈਵਲ ਜਿਹੜਾ ਹੈਗਾ ਸੋ ਡਿਪੈਂਡ ਕਰੇਗਾ ਰੀਪਰੋਡਕਟਿਵ ਅਬਿਲਿਟੀ 'ਤੇ, ਵਾਈਡ ਇਕੋਲੋਜੀਕਲ ਐਂਪਲੀਚਿਊਡਸ 'ਤੇ, ਹੈ ਨਾ, ਸਮਾਲ ਸੀਡ ਸਾਈਜ਼, ਲਾਰਜ ਨੰਬਰ ਆਫ ਸੀਡਸ ਪਰ ਪਲਾਂਟਸ, ਹੈ ਨਾ। ਸੋ ਨੈਚੁਰਲੀ ਸੋ ਕੋ-ਐਕਸ਼ਨ ਦੇ ਵਿੱਚ ਜਾਂ ਕੰਪੀਟੀਸ਼ਨ ਦੇ ਵਿੱਚ, ਹੈ ਨਾ, ਜਿਹੜੇ ਸਰਵਾਈਵ ਕਰ ਜਾਣਗੇ ਉਹਨਾਂ ਦੀ ਹੀ ਪਾਪੂਲੇਸ਼ਨ ਅੱਗੇ ਵਧੇਗੀ। ਅੱਗੇ ਤੁਹਾਡੇ ਕੋਲ ਆ ਜਾਂਦਾ 6ਵਾਂ ਪੁਆਇੰਟ, ਤੁਹਾਡੇ ਕੋਲ ਆ ਗਿਆ ਸਟੈਪ ਆ ਗਿਆ ਰਿਐਕਸ਼ਨ। ਸੋ ਲਿਵਿੰਗ ਆਰਗੈਨਿਜ਼ਮਸ ਜਿਹੜੇ ਹੈਗੇ ਆ ਇਨਫਲੂਐਂਸ ਇਨਵਾਇਰਮੈਂਟ ਨੂੰ ਵੀ ਇਨਫਲੂਐਂਸ ਕਰਦੇ ਆ, ਰੈਸੀਪ੍ਰੋਕਲ ਹੈ, ਅਤੇ ਖੁਦ ਇਨਵਾਇਰਮੈਂਟ ਤੋਂ ਵੀ ਇਫੈਕਟ ਹੁੰਦੇ ਆ, ਇਹਨੂੰ ਅਸੀਂ ਕੀ ਕਹਿੰਦੇ ਆ, ਰਿਐਕਸ਼ਨ। ਰਿਐਕਸ਼ਨ ਦੇ ਕਰਕੇ ਹੀ ਸੋਇਲ, ਵਾਟਰ, ਲਾਈਟ, ਟੈਂਪਰੇਚਰ ਵਗੈਰਾ ਦੇ ਵਿੱਚ ਚੇਂਜਿਸ ਆਉਣਗੀਆਂ ਨਾ। ਸੋ ਬੱਚੇ ਜੇਕਰ ਐਕਸ਼ਨ ਹੋ ਰਿਹਾ, ਠੀਕ ਹੈ, ਤਾਂ ਰਿਐਕਸ਼ਨ ਵੀ ਤਾਂ ਹੋਣਾ ਹੀ ਆ ਨਾ। ਇਸ ਕਰਕੇ ਜੇ ਕਿਸੇ ਵੀ ਇਨਵਾਇਰਮੈਂਟ ਦਾ ਜਿਹੜਾ
ਇਸ ਵੀ ਏਰੀਆ ਦਾ ਜਿਹੜਾ ਇਨਵਾਇਰਮੈਂਟ ਹੈ ਉਹ ਮੋਡੀਫਾਈ ਹੋ ਗਿਆ ਹੈਗਾ ਹੈ ਨਾ, ਠੀਕ ਹੈ। ਜੇਕਰ ਜਿਹੜੀ ਕਮਿਊਨਿਟੀ ਉੱਥੇ ਪ੍ਰੈਜ਼ੈਂਟ ਸੀਗੀ ਉਹਦੇ ਲਈ ਸੁਟੇਬਲ ਨਹੀਂ ਹੈ ਨੈਚੁਰਲੀ, ਫਿਰ ਉਹ ਕਮਿਊਨਿਟੀ ਉੱਥੇ ਸਰਵਾਈਵ ਨਹੀਂ ਨਾ ਕਰ ਪਾਏਗੀ, ਉਹਦੀ ਜਗ੍ਹਾ 'ਤੇ ਕੋਈ ਹੋਰ ਕਮਿਊਨਿਟੀ ਆ ਜਾਏਗੀ। ਸੋ ਦਿਸ ਪ੍ਰੋਸੈਸ ਗੋਜ਼ ਔਨ ਐਂਡ ਦਾ ਵੇਰੀਅਸ ਡਿਵੈਲਪਿੰਗ ਕਮਿਊਨਿਟੀਜ਼ ਇਨ ਦਾ ਗਿਵਨ ਏਰੀਆ, ਅਸੀਂ ਉਹਨਾਂ ਨੂੰ ਫਿਰ ਹੌਲੀ ਸੀਰੀਅਲ ਕਮਿਊਨਿਟੀਜ਼ ਕਹਿ ਦਿੰਦੇ ਹਾਂ ਜਾਂ ਫਿਰ ਡਿਵੈਲਪਮੈਂਟਲ ਸਟੇਜਿਸ ਕਹਿ ਦਿੰਦੇ ਹਾਂ, ਹੈ ਨਾ। ਕਿਉਂਕਿ ਬੱਚੇ ਸਾਰਾ ਕੁਛ ਹੋਇਆ, ਇਨਵਾਇਰਮੈਂਟ ਵੀ ਆਇਆ, ਪਰ ਕੁਛ ਸਪੀਸੀਜ਼ ਜਿਹੜੀਆਂ ਹੈਗੀਆਂ ਨਾ ਉਹ ਨਹੀਂ ਰਿਐਕਟ ਕਰ ਪਾਉਂਦੀਆਂ, ਨਹੀਂ ਉਸ ਵਾਤਾਵਰਨ ਦੇ ਵਿੱਚ ਰਹਿ ਪਾਉਂਦੀਆਂ, ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਸਪੀਸੀਜ਼ ਆ ਜਾਣਗੀਆਂ। ਅਤੇ ਲਾਸਟ ਸਟੈਪ ਤੁਹਾਡੇ ਕੋਲ ਆ ਗਿਆ ਸਟੈਬਲਾਈਜੇਸ਼ਨ, ਕਲਾਈਮੈਕਸ, ਹੈ ਨਾ। ਸੋ ਟਰਮੀਨਲ ਸਟੇਜ ਜਿਹੜੀ ਹੈਗੀ ਆ ਨਾ, ਇਹ ਟਰਮੀਨਲ ਸਟੇਜ ਹੈਗੀ ਆ, ਫਾਈਨਲ ਕਮਿਊਨਿਟੀ ਹੈਗੀ ਆ, ਹੈ ਨਾ, ਠੀਕ ਹੈ। ਸੋ ਲੰਬੇ ਸਮੇਂ ਤੱਕ ਇਹ ਜਿਹੜੀ ਆ ਉਹ ਰਹੇਗੀ, ਹੈ ਨਾ। ਮੋਰ ਔਰ ਲੈਸ ਥੋੜ੍ਹੀ ਬਹੁਤੀਆਂ ਚੇਂਜਿਸ ਆ ਸਕਦੀਆਂ ਹੈਗੀਆਂ, ਪਰ ਫਿਰ ਵੀ ਫਾਈਨਲ ਕਮਿਊਨਿਟੀ ਹੋਏਗੀ, ਹੈ ਨਾ। ਸੋ ਦਾ ਫਾਈਨਲ ਕਮਿਊਨਿਟੀ ਜਿਹੜੀ ਉਹਨੂੰ ਅਸੀਂ ਕਲਾਈਮੈਕਸ ਕਮਿਊਨਿਟੀ ਕਹਿੰਦੇ ਹਾਂ, ਜਿਹੜੀ ਸਟੇਜ ਹੈਗੀ ਉਹਨੂੰ ਅਸੀਂ ਕਲਾਈਮੈਕਸ ਸਟੇਜ ਕਹਿੰਦੇ ਹਾਂ, ਠੀਕ ਹੈ। ਸੋ ਲਾਸਟ ਦੇ ਵਿੱਚ ਇਹ ਸਰਵਾਈਵ ਕਰੇਗੀ, ਅਤੇ ਮੋਸਟਲੀ ਮੈਨੂੰ ਲੱਗਦਾ ਟਰੀਜ਼ ਹੀ ਹੁੰਦੇ ਆ, ਲਾਰਜ ਟਰੀਜ਼, ਠੀਕ ਹੈ ਜੀ। ਫਿਰ ਤੁਹਾਡੇ ਕੋਲ ਐਗਜ਼ਾਮਪਲ ਆ ਜਾਣੀ ਆ, ਇੱਥੇ ਤੱਕ ਤੁਸੀਂ ਵੀਡੀਓ ਨੂੰ ਸੁਣਨਾ ਹੈ। ਫਿਰ ਤੁਹਾਡੇ ਕੋਲ ਐਗਜ਼ਾਮਪਲਸ ਆਉਣੀਆਂ ਹੈਗੀਆਂ ਪ੍ਰਾਇਮਰੀ ਸਕਸੈਸ਼ਨ, ਠੀਕ ਹੈ। ਸੋ ਪ੍ਰਾਇਮਰੀ ਸਕਸੈਸ਼ਨ ਓਪਨ ਵਾਟਰ 'ਚ ਵੀ ਹੈ ਅਤੇ ਪ੍ਰਾਇਮਰੀ ਸਕਸੈਸ਼ਨ ਬੇਅਰ ਰੌਕਸ 'ਤੇ ਵੀ ਹੈ, ਠੀਕ ਹੈ। ਸੋ ਤੁਸੀਂ ਇੱਕ ਵਾਰੀ ਇਹਨਾਂ ਦੀ ਰੀਡਿੰਗ ਲੈਣੀ ਹੈ। ਇਹ 5 ਮਾਰਕਸ ਦੇ ਬਹੁਤ ਇੰਪੋਰਟੈਂਟ ਕੁਐਸਚਨ ਜਿਹੜੇ ਆ ਬਣਦੇ ਇਹਦੇ 'ਚੋਂ।